सत श्री अकाल दोस्तों, स्वागत है ਤੁਹਾਡਾ ਆਪਣੇ ਚੈਨਲ ਸਟਾਰ ਆਨਲਾਈਨ ਸਟੱਡੀ ਵਿੱਚ। ਤੇ ਅੱਜ ਆਪਾਂ ਗੱਲ ਕਰਾਂਗੇ ਰੀਟ ਭਰਤੀ 2020 ਲਈ ਆਪਣਾ ਸਭ ਤੋਂ ਜ਼ਰੂਰੀ ਟੌਪਿਕ ਪੰਜਾਬੀ ਅਧਿਆਪਨ ਦੀਆਂ ਵਿਧੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਬਾਰੇ ਡਿਸਕਸ ਕਰਾਂਗੇ। ਜਿਹੜੀਆਂ ਆਪਣੇ ਚਾਹੇ ਸੀਟੈਟ ਹੈ, ਚਾਹੇ ਰੀਟ ਹੈ, ਚਾਹੇ ਪੀਐਸ ਟੈਟ ਹੈ, ਮਾਸਟਰ ਗੈਡਰ ਹੈ, ਉਹਨਾਂ ਵਿੱਚ ਸਾਰਿਆਂ ਵਿੱਚ ਆਉਂਦੀਆਂ ਨੇ। ਤਾਂ ਅੱਜ ਦੀ ਜਿਹੜੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਰੀਟ 2020 ਦੀ ਭਰਤੀ ਦੇ ਅਕੋਰਡਿੰਗ ਜੀ। ਤਾਂ ਇਸ ਵੀਡੀਓ ਨੂੰ ਜ਼ਰੂਰ ਦੇਖਿਓ। ਆਰਪੀਐਸਸੀ ਫਸਟ ਗ੍ਰੇਡ, ਸੈਕੰਡ ਗ੍ਰੇਡ, ਥਰਡ ਗ੍ਰੇਡ ਪੰਜਾਬੀ ਦੇ ਲਈ ਵੀ ਬਹੁਤ ਇਮਤਿਹਾਨ ਲਈ ਵੀ ਬਹੁਤ ਜ਼ਰੂਰੀ ਨੇ। ਤਾਂ ਜੀ ਅੱਜ ਦੀ ਆਪਣਾ ਟੌਪਿਕ ਰਹੂਗਾ ਜੀ ਪੰਜਾਬੀ ਭਾਸ਼ਾ ਅਤੇ ਅਧਿਆਪਨ ਦੀਆਂ ਵਿਧੀਆਂ। ਜਿਹੜੀਆਂ ਅਧਿਆਪਨ ਦੀ ਪੜ੍ਹਾਉਣ ਦੀਆਂ ਵਿਧੀਆਂ ਹੁੰਦੀਆਂ ਉਹਨਾਂ ਬਾਰੇ ਅੱਜ ਆਪਾਂ ਚਰਚਾ ਕਰਾਂਗੇ। ਤਾਂ ਦੋਸਤੋ, ਜੇਕਰ ਤੁਹਾਨੂੰ ਆ ਵੀਡੀਓ ਪਸੰਦ ਆਉਂਦੀ ਹੈ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਲਾਈਕ ਕਰਿਓ ਅਤੇ ਸ਼ੇਅਰ ਕਰਿਓ। ਤੇ ਜੀ ਬਹੁਤਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਆਪਾਂ ਕਲਾਸ ਸਟਾਰਟ ਕਰ ਰਹੇ ਹਾਂ। ਵੀ ਅੱਜ ਦੀ ਆਪਣਾ ਟੌਪਿਕ ਹੈਗਾ ਜੀ ਪੰਜਾਬੀ ਭਾਸ਼ਾ ਦੇ ਅਧਿਆਪਨ ਦੀਆਂ ਵਿਧੀਆਂ। ਵੀ ਪਹਿਲਾਂ ਤਾਂ ਆਪਾਂ ਨੂੰ ਸਮਝਣਾ ਜ਼ਰੂਰੀ ਹੈ ਵੀ ਪੰਜਾਬੀ ਅਧਿਆਪਨ ਦੀਆਂ ਵਿਧੀਆਂ ਦੀ ਲੋੜ ਕਿਉਂ ਪਈ, ਕਿਸ ਲਈ ਸੀਗਾ। ਵੀ ਇਹਦਾ ਹੈ ਵੀ ਸਿੱਖਿਆ ਪ੍ਰਣਾਲੀ ਨੂੰ ਜਿਹੜਾ ਹੈਗਾ ਥੋੜ੍ਹਾ ਆਸਾਨ ਕਰਨ ਵਾਸਤੇ ਇਹਨਾਂ ਵਿਧੀਆਂ ਦੀ ਲੋੜ ਪੈਂਦੀ ਹੈ। ਵੀ ਜਿਹੜਾ ਆਪਾਂ ਬੱਚੇ ਨੂੰ ਜਦੋਂ ਸਿੱਖਿਆ ਦਿੰਦੇ ਹੈਗੇ ਉਹਦੇ ਨਾਲ ਕੀ ਬੱਚਾ ਆਸਾਨੀ ਨਾਲ ਸਿੱਖ ਜਾਵੇ ਕੋਈ ਗੱਲ ਨੂੰ, ਤਾਂ ਉਸ ਦੇ ਲਈ ਇਹਦੀ ਲੋੜ ਪੈਂਦੀ ਨੇ। ਤਾਂ ਜੇਕਰ ਆਪਾਂ ਗੱਲ ਕਰੀਏ ਵੀ ਨਵੀਨ ਸਿੱਖਿਆ ਪ੍ਰਣਾਲੀ ਬਾਲ ਕੇਂਦਰਿਤ ਹੈ, ਯਾਨੀ ਜਿਹੜੀ ਬਾਲ ਕੇਂਦਰਿਤ ਹੈ ਛੋਟੇ ਬੱਚਿਆਂ 'ਤੇ, ਛੋਟਾ ਬੱਚਾ ਹੋਵੇ ਜਾਂ ਕੋਈ ਵੀ ਬੱਚਾ ਉਸ 'ਤੇ ਕੇਂਦਰਿਤ ਹੈ। ਪਹਿਲਾਂ ਕੀ ਹੁੰਦਾ ਸੀਗਾ ਵੀ ਜਿਵੇਂ ਅਧਿਆਪਕ ਹੁੰਦਾ ਸੀ ਉਹ ਕਹਿੰਦਾ ਸੀਗਾ ਉਸ ਦੇ ਅਕੋਰਡਿੰਗ ਪੜ੍ਹਾਇਆ ਜਾਂਦਾ, ਯਾਨੀ ਇੱਕ ਜਿਹੜੀ ਸਿੱਖਿਆ ਪ੍ਰਣਾਲੀ ਸੀ ਉਹ ਥੋਪੀ ਜਾਂਦੀ ਸੀਗੀ। ਲੇਕਿਨ ਜਿਹੜੀ ਹੁਣ ਦੀ ਨਵੀਨ ਸਿੱਖਿਆ ਪ੍ਰਣਾਲੀ ਉਹ ਕੀ ਬਾਲ ਕੇਂਦਰਿਤ ਹੈ। ਉਹ ਜਿਹੜੇ ਹੈਗੇ ਬਾਲਕ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਤਿਆਰ ਕੀਤੀ ਜਾਂਦੀ ਹੈ ਅਤੇ ਉਸ ਦੇ ਅਕੋਰਡਿੰਗ ਹੀ ਸਿੱਖਿਆ ਦਿੱਤੀ ਜਾਂਦੀ ਹੈਗੀ। ਵੀ ਬੱਚੇ ਨੂੰ ਕਿਸ ਤਰੀਕੇ ਨਾਲ ਪੜ੍ਹਾਉਣਾ ਹੈ, ਉਹ ਬੱਚੇ ਦੀ ਕੀ ਜ਼ਰੂਰਤਾਂ ਹੈ, ਬੱਚੇ ਨੂੰ ਕਿਸ ਤਰੀਕੇ ਨਾਲ ਸਮਝ ਆਊਗਾ, ਕੀ ਮਾਹੌਲ ਹੋਣਾ ਚਾਹੀਦਾ, ਉਹਨਾਂ ਚੀਜ਼ਾਂ ਬਾਰੇ ਚਰਚਾ ਕੀਤੀ ਜਾਂਦੀ ਨੇ। ਜੇਕਰ ਗੱਲ ਕੀਤੀ ਜਾਂਦੀ ਹੈ ਵੀ ਇਸ ਵਿੱਚ ਬਾਲਕ ਦੀਆਂ ਕੁਝ ਲੋੜਾਂ, ਰੁਚੀਆਂ ਅਤੇ ਮਾਨਸਿਕ ਅਵਸਥਾਵਾਂ ਦਾ ਧਿਆਨ ਰੱਖਿਆ ਜਾਂਦਾ ਹੈ। ਗੱਲ ਵੀ ਸਹੀ ਹੈ ਜੀ। ਬਾਲਕ ਦੀਆਂ ਲੋੜਾਂ ਕੀ ਹੈਗੀਆਂ, ਰੁਚੀਆਂ ਕੀ ਹੈ ਅਤੇ ਮਾਨਸਿਕ ਅਵਸਥਾ ਕੀ ਹੈ, ਉਹਦੇ ਵਿੱਚ ਧਿਆਨ 'ਚ ਰੱਖ ਕੇ ਸਿੱਖਿਆ ਦਿੱਤੀ ਜਾਂਦੀ ਹੈਗੀ। ਅਗਰ ਗੱਲ ਜੀ ਸਿੱਖਿਆ ਵਿੱਚ ਕਿਰਿਆਸ਼ੀਲਤਾ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਇਸ ਦਾ ਸੰਬੰਧ ਵਾਸਤਵਿਕ ਜੀਵਨ ਦੇ ਨਾਲ ਜੋੜਿਆ ਜਾਂਦਾ ਹੈ। ਵੀ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ ਉਸ ਨੂੰ ਕਿਰਿਆਸ਼ੀਲਤਾ ਦੇ ਨਾਲ ਜੋੜ ਕੇ ਅਤੇ ਇੱਦਾਂ ਦੱਸਿਆ ਜਾਂਦਾ ਵੀ ਇਹ ਤੁਹਾਡਾ ਵਾਸਤਵਿਕ ਜੀਵਨ ਦੇ ਨਾਲ ਹੈ। ਕਹਿਣ ਦਾ ਭਾਵ ਹੈ ਵੀ ਜਿਹੜਾ ਤੁਸੀਂ ਜੀਵਨ ਜੀ ਰਹੇ ਹੋ ਉਹਦੇ ਨਾਲ ਜਿਹੜਾ ਵਾਸਤਵਿਕ ਰੂਪ ਨਾਲ ਜੋੜਿਆ ਜਾਂਦਾ ਉਸ ਚੀਜ਼ ਨੂੰ, ਹੈ ਨਾ, ਦੇਖਿਆ ਜਾਂਦਾ ਵੀ ਇਸ ਚੀਜ਼ ਤਰੀਕੇ ਨਾਲ ਉਹ ਚੀਜ਼ ਹੈਗਾ, ਇਹ ਗੱਲ ਕੀਤੀ ਜਾਂਦੀ ਹੈ। ਇਸ ਦੇ ਵਿੱਚ ਮਾਨਸਿਕ ਕਾਰਜਾਂ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਹੈ, ਯਾਨੀ ਮੈਂਟਲੀ ਪ੍ਰਿਪੇਅਰ ਕੀਤਾ ਜਾਂਦਾ ਬੱਚੇ ਨੂੰ, ਉਹਨਾਂ ਨੂੰ ਉਸ ਤਰੀਕੇ ਨਾਲ ਜੋੜਿਆ ਜਾਂਦਾ ਹੈ ਵੀ ਉਹ ਮਾਨਸਿਕ ਰੂਪ ਨਾਲ ਵੀ ਪ੍ਰਿਪੇਅਰ ਹੋ ਜਾਣ। ਅਤੇ ਇਹ ਨਵੀਨ ਪ੍ਰਕਿਰਿਆ ਦੇ ਵਿੱਚ ਮਨੋਵਿਗਿਆਨਿਕ ਆਧਾਰ ਉੱਤੇ ਆਧਾਰਿਤ ਹੁੰਦੀ ਹੈ। ਵੀ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਮੁੱਖ ਪੁਆਇੰਟ ਹੈ ਉਹ ਮਨੋਵਿਗਿਆਨਿਕ ਹੈ, ਯਾਨੀ ਬੱਚੇ ਦੇ ਮਨੋਭਾਵਾਂ ਦੇ ਉੱਤੇ ਆਧਾਰਿਤ ਹੁੰਦੀ ਹੈ ਵੀ ਉਸਦੇ ਕੀ ਰੁਚੀਆਂ, ਕਿਸ ਤਰੀਕੇ ਦੀ ਉਸਦੀਆਂ ਅਵਸਥਾਵਾਂ ਹੈ, ਉਹਨਾਂ ਦੇ ਬਾਰੇ ਗੱਲ ਕੀਤੀ ਜਾਂਦੀ ਹੈ। ਤਾਂ ਜੀ ਇਹ ਪੰਜਾਬੀ ਅਧਿਆਪਨ ਦੀਆਂ ਵਿਧੀਆਂ ਹੈਗੀਆਂ, ਪੰਜਾਬੀ ਭਾਸ਼ਾ ਦੀਆਂ ਵਿਧੀਆਂ ਹੈਗੀਆਂ, ਉਹ ਮਨੋਵਿਗਿਆਨਿਕ ਹੈਗੀਆਂ। ਜੇਕਰ ਗੱਲ ਕੀਤੀ ਜਾਵੇ ਵੀ ਭਾਸ਼ਾ ਸਿੱਖਿਆ ਦੀਆਂ ਨਵੀਨ ਅਧਿਆਪਨ ਦੀਆਂ ਵਿਧੀਆਂ ਸਿਧਾਂਤਾਂ ਦੇ ਉੱਤੇ ਵੀ ਆਧਾਰਿਤ ਹਨ। ਹੁਣ ਆਪਾਂ ਗੱਲ ਕਰਾਂਗੇ ਇੱਕ ਇੱਕ ਕਰਕੇ ਵੀ ਕਿਸ ਤਰੀਕੇ ਦੀਆਂ ਹੁੰਦੀਆਂ ਹੈਗੀਆਂ, ਇਹਨਾਂ ਦੀ ਲੋੜ ਕਿਵੇਂ। ਆਪਾਂ ਹੁਣ ਚਰਚਾ ਕੀਤੀ ਸੀ ਵੀ ਅਧਿਆਪਨ ਦੇ ਵਿੱਚ ਲੋੜ ਕਿਉਂ ਗਈ, ਕਿਉਂਕਿ ਬਾਲ ਕੇਂਦਰਿਤ ਹੈ। ਬੱਚੇ ਨੂੰ ਚੰਗੀ ਸਿੱਖਿਆ ਪ੍ਰਣਾਲੀ ਦੇਣ ਲਈ ਅਧਿਆਪਨ ਦੀਆਂ ਵਿਧੀਆਂ ਦੀ ਜ਼ਿਆਦਾ ਜ਼ਰੂਰਤ ਹੈ, ਇਸ ਲਈ ਇਹਨਾਂ ਵਿਧੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਤਾਂ ਜੀ ਹੁਣ ਅੱਜ ਦੀ ਜਿਹੜੀ ਆਪਣੀ ਪਹਿਲੀ ਵਿਧੀ ਹੈ ਉਹ ਹੈਗੀ ਜੀ ਮੌਂਟੇਸਰੀ ਵਿਧੀ। ਠੀਕ ਹੈ ਜੀ, ਮੌਂਟੇਸਰੀ ਮੈਥਡ ਵੀ ਕਹਿੰਦੇ ਇਹਨੂੰ। ਇਹ ਮੌਂਟੇਸਰੀ ਵਿਧੀ ਹੈ। ਇਸ ਦੇ ਬਾਰੇ ਗੱਲ ਕੀਤੀ ਜਾਵੇ ਇਹਦਾ ਨਿਰਮਾਣ, ਇਹਦਾ ਵੀ ਪ੍ਰਵਕਤਾ ਕੌਣ ਸੀਗਾ, ਵੀ ਸਭ ਤੋਂ ਪਹਿਲਾਂ ਇਹਦਾ ਪ੍ਰਵਰਤਕ ਕੌਣ ਸੀਗਾ। ਜੇ ਤੁਹਾਡੇ ਤੋਂ ਪ੍ਰਵਰਤਕ ਪੁੱਛੇ ਤਾਂ ਇਹ ਸੀ ਜੀ ਇਟਲੀ ਦੀ ਮਾਰੀਆ ਮੌਂਟੇਸਰੀ ਵੀ ਬੋਲਦੇ ਜੀ। ਮਾਰੀਆ ਮੌਂਟੇਸਰੀ ਜੀ ਸੀ ਅਤੇ ਕਿੱਥੋਂ ਦੀ ਸੀ, ਇਟਲੀ ਦੀ ਰਹਿਣ ਵਾਲੀ ਸੀ। ਜੇ ਤੁਹਾਨੂੰ ਪ੍ਰਵਰਤਕ ਪੁੱਛੇ ਤਾਂ ਸ਼੍ਰੀਮਤੀ ਮਾਰੀਆ ਮੌਂਟੇਸਰੀ ਜੀ ਸੀ ਅਤੇ ਸੀ ਕਿੱਥੋਂ ਦੀ, ਇਟਲੀ ਦੀ ਨਿਵਾਸੀ ਸੀ। ਅਤੇ ਮਾਰੀਆ ਮੌਂਟੇਸਰੀ ਜੀ ਨੇ ਬੱਚਿਆਂ ਨੂੰ ਘਰ ਵਰਗਾ ਵਾਤਾਵਰਣ ਦੇਣ ਲਈ ਸਿਫਾਰਿਸ਼ ਕੀਤੀ। ਉਹਨਾਂ ਨੇ ਕਿਹਾ ਜਿਹੜਾ ਬੱਚੇ ਨੂੰ ਜਿਹੜੀ ਸਿੱਖਿਆ ਦੇਣੀ ਹੈ ਉਹ ਜਿਹੜਾ ਸਕੂਲ ਦਾ ਵਾਤਾਵਰਣ ਹੈ ਉਹ ਘਰ ਵਰਗਾ ਹੋਣਾ ਚਾਹੀਦਾ। ਬੱਚੇ ਨੂੰ ਇੱਦਾਂ ਨਾ ਲੱਗੇ ਕਿ ਉਹ ਕਿਤੇ ਹੋਰ ਥਾਂ ਆ ਗਿਆ ਹੈ। ਅਤੇ ਜਦੋਂ ਘਰ ਵਰਗਾ ਮਾਹੌਲ ਹੋਊਗਾ ਤਾਂ ਬੱਚਾ ਉਸ ਚੀਜ਼ ਨੂੰ ਜ਼ਿਆਦਾ ਸਿੱਖੂਗਾ। ਵੀ ਉਸ ਨੂੰ ਐਵੇਂ ਹੋਊਗਾ ਵੀ ਮੈਂ ਘਰੇ ਬੈਠਾ ਅਤੇ ਉਹ ਸਿੱਖਣ ਦੀ ਜ਼ਿਆਦਾ ਕੋਸ਼ਿਸ਼ ਕਰੂਗਾ ਅਤੇ ਖੇਲ ਦੇ ਵਿੱਚ ਇਹ ਚੀਜ਼ਾਂ ਸਿੱਖੂਗਾ। ਇਸ ਤੋਂ ਬਾਅਦ ਕਿ ਉਹਨਾਂ ਨੇ ਖੁੱਲ੍ਹੇ ਵਾਤਾਵਰਣ ਦੇ ਵਿੱਚ ਵੀ ਵਿਚਰਨ ਦੇਣ ਦੇ ਲਈ ਵੀ ਕਿਹਾ। ਉਹਨਾਂ ਨੇ ਕਿਹਾ ਵੀ ਜਿਹੜਾ ਬੱਚੇ ਨੂੰ ਸਿੱਖਿਆ ਦੇਣੀ ਹੈ ਉਹ ਖੁੱਲ੍ਹੇ ਵਾਤਾਵਰਣ ਵਿੱਚ ਹੋ, ਬੰਦਿਸ਼ਾਂ ਦੇ ਵਿੱਚ ਨਾ ਹੋ। ਇਸ ਲਈ ਉਹਨਾਂ ਨੇ ਇਸ ਵਿਧੀ ਦਾ ਪ੍ਰਯੋਗ ਕੀਤਾ ਅਤੇ ਇਸ ਨੂੰ ਕਿਹਾ ਜਾਂਦਾ ਮੌਂਟੇਸਰੀ ਵਿਧੀ ਵੀ ਕਿਹਾ ਜਾਂਦਾ ਹੈ, ਮੌਂਟੇਸਰੀ ਮੈਥਡ ਵੀ ਕਿਹਾ ਜਾਂਦਾ ਹੈ। ਜੇਕਰ ਗੱਲ ਕੀਤੀ ਜਾਵੇ ਬਾਲਕ ਦੇ ਵਿਲੱਖਣ ਅਤੇ ਸ਼ਖਸੀਅਤ ਦੇ ਵਿਕਾਸ ਲਈ ਵਾਤਾਵਰਣ ਪ੍ਰਦਾਨ ਕੀਤਾ ਜਾਂਦਾ ਵੀ ਉਹਦੀ ਜਿਹੜੇ ਬਾਲਕ ਦੀਆਂ ਵਿਲੱਖਣ ਸ਼ਖਸੀਅਤ ਹੈ ਉਸ ਨੂੰ ਉਭਾਰਨ ਦੇ ਲਈ ਵਾਤਾਵਰਣ, ਇਨਵਾਇਰਮੈਂਟ ਦਾ
ਜਿਹੜਾ ਵਾਤਾਵਰਣ ਹੈ ਉਹ ਤਿਆਰ ਕੀਤਾ ਜਾਂਦਾ, ਜਿਹੜਾ ਪ੍ਰਾਕ੍ਰਿਤਿਕ ਵਾਤਾਵਰਣ। ਜੇ ਤੁਹਾਡੇ ਤੋਂ ਦੋਸਤੋ ਆ ਪੁੱਛੇ ਵੀ ਇਹ ਕਿਸ ਦੇ ਉੱਤੇ ਆਧਾਰਿਤ ਹੈ, ਤਾਂ ਇਹ ਹੈਗਾ ਰੂਸੋ ਦਾ ਪ੍ਰਕਿਰਤੀਵਾਦ ਦਾ ਸਿਧਾਂਤ ਸੀ। ਉਹਨੇ ਰੂਸੋ ਨੇ ਕਿਹਾ ਸੀ ਪ੍ਰਕਿਰਤੀ ਦੀ ਔਰ ਲੋਟੋ, ਠੀਕ ਹੈ ਜੀ, ਪ੍ਰਕਿਰਤੀ ਕੀ ਔਰ ਲੋਟੋ ਰੂਸੋ ਦਾ ਸੀਗਾ ਜੀ ਪ੍ਰਕਿਰਤੀਵਾਦ ਦਾ ਸਿਧਾਂਤ। ਉਸ 'ਤੇ ਆਧਾਰਿਤ ਹੈ ਮਾਰੀਓ ਮੋਂਟੇਸਰੀ, ਜਿਹੜਾ ਮੋਂਟੇਸਰੀ ਵਿਧੀ ਹੈ, ਮੋਂਟੇਸਰੀ ਮੈਥਡ ਹੈ, ਕਿਸ 'ਤੇ ਆਧਾਰਿਤ ਹੈ? ਰੂਸੋ ਦਾ ਪ੍ਰਕਿਰਤੀਵਾਦ ਦੇ ਸਿਧਾਂਤ 'ਤੇ ਆਧਾਰਿਤ ਹੈ ਜੀ, ਠੀਕ ਹੈ ਜੀ। ਇਹਦੇ ਵਿੱਚ ਆਹ ਗੱਲਾਂ ਦੱਸੀਆਂ ਜਾਂਦੀਆਂ ਹੈਗੀਆਂ, ਯਾਨੀ ਪ੍ਰਕਿਰਤੀ ਦੀ ਨੈਚੁਰਲ ਜਿਹੜੀ ਚੀਜ਼ ਹੈ ਉਹ ਪੜ੍ਹਾਈ ਦਿੱਤੀ ਜਾਵੇ, ਉਹਨੂੰ ਘਰ ਵਰਗਾ ਵਾਤਾਵਰਣ ਦਿੱਤਾ ਜਾਵੇ। ਉਹਦੇ ਜਿਹੜੇ ਪੜ੍ਹਾਉਣ ਵਾਲਾ ਹੈ, ਕਮਰੇ ਜਿਹੜੀ ਜਿੱਥੇ ਸਿੱਖਿਆ ਦੇ ਰਹੀ ਹੈ ਉਹ ਘਰ ਵਰਗਾ ਮਾਹੌਲ ਹੋਣਾ ਚਾਹੀਦਾ ਹੈ ਜੀ। ਤਾਂ ਜੀ ਉਹਦੇ ਵਿੱਚ ਇਹਦੇ ਆਹ ਗੱਲ ਕੀਤੀ ਜਾਂਦੀ ਹੈ। ਜੇਕਰ ਹੋਰ ਗੱਲ ਕੀਤੀ ਜਾਵੇ ਵੀ ਹਰੇਕ ਬੱਚਾ ਆਪਣੇ ਆਪ ਦੇ ਵਿੱਚ ਇੱਕ ਅਨੁਪਮ ਹੈ ਅਤੇ ਉਸਦੇ ਸ਼ਖਸੀਅਤ ਨੂੰ ਸੁਭਾਵਿਕ ਰੂਪ ਦੇ ਵਿੱਚ ਵਿਕਸਿਤ ਹੋਣ ਨਾ ਦੇਣਾ ਚਾਹੀਦਾ ਹਨ। ਕਹਿੰਦਾ ਹਰੇਕ ਬੱਚੇ ਆਪਣੇ ਆਪ ਦੇ ਵਿੱਚ ਅਨੁਪਮ ਹੈ ਨਾ, ਯੂਨੀਕ ਹੈ, ਅਤੇ ਉਸਦਾ ਮਤਲਬ ਹੈ ਵੀ ਹਰ ਬੱਚੇ ਨੂੰ ਉਸਦੇ ਸ਼ਖਸੀਅਤ ਦੇ ਰੂਪ ਨੂੰ ਉਜਾਗਰ ਕਰਨ ਲਈ ਨੈਚੁਰਲ ਜਿਹੜਾ ਹੈਗਾ ਵਾਤਾਵਰਣ ਹੈਗਾ, ਜਿਹੜਾ ਉਹ ਪ੍ਰਾਕ੍ਰਿਤਿਕ ਵਾਤਾਵਰਣ ਦੇਣਾ ਜ਼ਰੂਰੀ ਹੈ। ਉਸ ਦੇ ਭਾਵ ਨਾਲ ਹੀ ਉਹ ਉਜਾਗਰ ਹੋ ਸਕਦੀ ਹੈ। ਉਸ ਦੇ ਵਿੱਚ ਮੈਂ ਕਹਿੰਦਾ ਮੋਂਟੇਸਰੀ ਦੇ ਇੰਦਰੀਆਂ ਦੇ ਗਿਆਨ ਨੂੰ ਸਭ ਤੋਂ ਪਹਿਲਾਂ ਸਿਖਾਇਆ ਜਾਂਦਾ, ਮੰਨਿਆ ਜਾਂਦਾ ਵੀ ਜਿਹੜੀ ਆਪਣੀ ਗਿਆਨ ਇੰਦਰੀਆਂ ਉਹਨਾਂ ਦੇ ਗਿਆਨ ਨੂੰ ਸਿੱਖਿਆ ਦੇ ਵਿੱਚ ਸਭ ਤੋਂ ਵਧੀਆ ਸਾਧਨ ਮੰਨਿਆ ਜਾਂਦਾ ਹੈ। ਅਤੇ ਇਸ ਵਿਧੀ ਦੇ ਵਿੱਚ ਪੜ੍ਹਨਾ ਸਿਖਾਉਣ ਤੋਂ ਲਿਖਣਾ ਪਹਿਲਾਂ ਸਿਖਾਇਆ ਜਾਂਦਾ ਹੈ। ਜਿਵੇਂ ਜੇਕਰ ਆਮ ਵਿਧੀਆਂ ਦੇ ਵਿੱਚ ਪਹਿਲਾਂ ਪੜ੍ਹਨਾ ਸਿਖਾਇਆ ਜਾਂਦਾ ਫਿਰ ਲਿਖਾਉਣਾ ਸਿਖਾਇਆ ਜਾਂਦਾ, ਜਦਕਿ ਜਿਹੜੀ ਮੋਂਟੇਸਰੀ ਵਿਧੀ ਹੈ ਇਹਦੇ ਵਿੱਚ ਕੀ ਪਹਿਲਾਂ ਲਿਖਣਾ ਸਿਖਾਇਆ ਜਾਂਦਾ ਹੈ, ਬਾਅਦ 'ਚ ਪੜ੍ਹਨਾ ਸਿਖਾਇਆ ਜਾਂਦਾ ਹੈ। ਹੁੰਦਾ ਕੀ ਹੈ, ਇਹਦੇ ਵਿੱਚ ਪਹਿਲਾਂ ਤਾਂ ਆਪਾਂ ਨੂੰ ਲਿਖਣਾ ਸਿਖਾਉਣਗੇ, ਵੀ ਆਪਾਂ ਨੂੰ ਅੱਖਰਾਂ ਦਾ ਗਿਆਨ ਕਰਵਾਉਣਗੇ ਵੀ ਇਹ ਅੱਖਰ ਇੱਦਾਂ ਦਾ ਹੁੰਦਾ ਹੈਗਾ, ਉਹਦਾ ਆਕ੍ਰਿਤੀਆਂ ਦੇ ਉਹਦੇ ਚਿੰਨ੍ਹ ਦਿਖਾਈ ਦਿੰਦੇ ਆ। ਉਹ ਤੋਂ ਬਾਅਦ ਆਪਾਂ ਨੂੰ ਲਿਖਣਾ ਸਿਖਾਉਣਗੇ, ਲਿਖਣ ਤੋਂ ਬਾਅਦ ਆਪਾਂ ਨੂੰ ਦੱਸਣਗੇ ਵੀ ਇਹ ਇਸ ਤਰੀਕੇ ਨਾਲ ਬੋਲਿਆ ਜਾਂਦਾ ਹੈ। ਇਸ ਤਰੀਕੇ ਨਾਲ ਅਧਿਆਪਕਾਂ ਦੀ ਵਿਸ਼ੇਸ਼ ਟ੍ਰੇਨਿੰਗ ਹੁੰਦੀ ਹੈਗੀ ਵੀ ਤੁਸੀਂ ਬੱਚਿਆਂ ਨੂੰ ਇਸ ਤਰੀਕੇ ਨਾਲ ਪੜ੍ਹਾਉਣਾ। ਮੈਂ ਫਿਰ ਕਹਿ ਰਿਹਾ ਵੀ ਅੱਜ ਦੀ ਜਿਹੜੀ ਸਿੱਖਿਆ ਹੈ ਬਾਲ ਕੇਂਦਰਿਤ ਹੈ, ਅਤੇ ਯਾਨੀ ਕਿ ਕਈ ਵਾਰ ਪ੍ਰਸ਼ਨ ਪੁੱਛਿਆ ਗਿਆ ਕਿ ਵਰਤਮਾਨ ਸਿੱਖਿਆ ਪ੍ਰਣਾਲੀ ਕਿਸ 'ਤੇ ਆਧਾਰਿਤ ਹੈ, ਤਾਂ ਵਰਤਮਾਨ ਸਿੱਖਿਆ ਪ੍ਰਣਾਲੀ ਬਾਲ ਕੇਂਦਰਿਤ ਹੈ, ਬੱਚੇ 'ਤੇ ਆਧਾਰਿਤ ਹੈ। ਤਾਂ ਜੀ ਚਲੋ ਅੱਗੇ ਗੱਲ ਕਰਦੇ ਹਾਂ ਵੀ ਇਸ ਦੇ ਬਾਰੇ ਹੋਰ ਕੀ ਹੈਗਾ ਜੀ। ਇਸ ਦੇ ਬਾਰੇ ਹੋਰ ਕਿਹਾ ਗਿਆ ਹੈਗਾ ਜੀ, ਇਹ ਸਭ ਤੋਂ ਪਹਿਲਾਂ ਇਹਦਾ ਕਦਮ ਹੁੰਦਾ ਹੈ ਜੀ ਲਿਖਣਾ, ਠੀਕ ਹੈ ਜੀ। ਉਸ ਨੂੰ ਕਲਮ ਫੜਨੀ ਆਵੇ, ਹੱਥ ਦੀਆਂ ਉਂਗਲੀਆਂ ਅਤੇ ਹੱਥ ਦੀ ਪਕੜ ਨੂੰ ਆਵੇ, ਉਹਨਾਂ ਨੂੰ ਬਲੈਕ ਬੋਰਡ ਦੇ ਉੱਤੇ ਲਕੀਰਾਂ ਪਾਉਣੀਆਂ, ਡਰਾਇੰਗ ਕਰਨੀ ਅਤੇ ਉਸ ਦੀਆਂ ਮੁੱਢਲੀਆਂ ਤਿਆਰੀਆਂ ਵਾਸਤੇ ਚੰਗੇ ਅਭਿਆਸ ਕਰਾਏ ਜਾਂਦੇ ਆ। ਯਾਨੀ ਸਭ ਤੋਂ ਪਹਿਲਾਂ ਉਹਨੂੰ ਕਲਮ ਫੜਨੀ ਸਿਖਾਈ ਜਾਂਦੀ ਹੈ, ਫਿਰ ਉਹਨੂੰ ਲਕੀਰਾਂ ਮਾਰਨੀ ਸਿਖਾਈ ਜਾਂਦੀ ਹੈ, ਡਰਾਇੰਗ ਕਰਨੀ ਸਿਖਾਈ ਜਾਂਦੀ ਹੈ। ਉਸ ਤੋਂ ਬਾਅਦ ਉਹਨੂੰ ਚੰਗਾ ਅਭਿਆਸ ਕਰਾਏ ਤੋਂ ਬਾਅਦ ਉਸ ਨੂੰ ਲਿਖਣਾ ਸਿਖਾਇਆ ਜਾਂਦਾ। ਅਤੇ ਇਹ ਹੈਗੀ ਆਪਣੀ ਮੁੱਢਲੀਆਂ ਅਵਸਥਾਵਾਂ ਹੈਗੀਆਂ ਜਿਹੜੀਆਂ ਇਹਦੇ ਸ਼ੁਰੂ 'ਚ ਕੰਮ ਲਈ ਦਿੱਤੀਆਂ ਜਾਂਦੀਆਂ, ਯਾਨੀ ਇਹਦੇ ਵਿੱਚ ਪਹਿਲਾਂ ਲਿਖਣਾ ਸਿਖਾਉਂਦੇ ਨੇ। ਜੇਕਰ ਗੱਲ ਕੀਤੀ ਜਾਵੇ ਇਸ ਵਿਧੀ ਦੀਆਂ ਪ੍ਰਕਿਰਿਆ ਕੀ ਹੈਗੀਆਂ ਉਹ ਆਪਾਂ ਪੜ੍ਹਦੇ ਹਾਂ ਜੀ। ਅਤੇ ਇੱਕ ਗੱਲ ਦਾ ਧਿਆਨ ਰੱਖਿਓ, ਆਹ ਜਿਹੜੀ ਵਿਧੀ ਹੈ 3 ਸਾਲ ਦੇ ਬੱਚੇ ਤੋਂ ਲੈ ਕੇ 6 ਸਾਲ ਦੇ ਜਿਹੜਾ ਹੈਗਾ 3 ਸਾਲ ਦੇ ਬੱਚੇ ਤੋਂ ਲੈ ਕੇ 3 ਸਾਲ ਦਾ ਜਿਹੜਾ ਕੋਈ ਵੀ ਬੱਚਾ ਹੈਗਾ ਉਹਨੂੰ ਲੈ ਕੇ, ਅਤੇ ਇਹ ਕਿਸ 'ਤੇ ਆਧਾਰਿਤ ਹੁੰਦੀ ਹੈਗੀ ਜੀ, 6 ਸਾਲ ਦੇ ਬੱਚੇ ਤੱਕ ਹੁੰਦੀ ਹੈ ਜੀ। ਯਾਨੀ 3 ਸਾਲ ਤੋਂ 6 ਸਾਲ, ਇਸ ਚੀਜ਼ ਦਾ ਧਿਆਨ ਰੱਖਿਓ ਜੀ, ਇਹ ਉਸ 'ਤੇ ਆਧਾਰਿਤ ਹੁੰਦੀ ਨਹੀਂ। ਅਤੇ ਇਹਦੇ ਵਿੱਚ ਕੀ ਗੱਲ ਕਹੀ ਜਾਂਦੀ ਹੈ ਜੀ, ਇਹਦੇ 'ਚ ਆਹ ਗੱਲ ਕਹੀ ਜਾਂਦੀ ਹੈ ਜੀ ਵੀ ਸਭ ਤੋਂ ਪਹਿਲਾਂ ਗਿਆਨ ਇੰਦਰੀਆਂ ਦਾ ਅਭਿਆਸ ਕਰਵਾਇਆ ਜਾਂਦਾ ਹੈ, ਅਤੇ ਇਸ ਦੇ ਨਾਲ ਹੀ ਧੁਨੀਆਂ ਦੀ ਪਛਾਣ ਵੀ ਹੁੰਦੀ ਹੈ, ਅਤੇ ਉਹਨਾਂ ਧੁਨੀਆਂ ਨੂੰ ਉਚਾਰਨ ਦਾ ਅਭਿਆਸ ਵੀ ਕਰਾਇਆ ਜਾਂਦਾ ਹੈਗਾ। ਪਹਿਲਾਂ ਗਿਆਨ ਇੰਦਰੀਆਂ ਦਾ ਅਭਿਆਸ ਕਰਾਇਆ ਜਾਂਦਾ, ਉਸ ਦੇ ਬਾਅਦ ਉਹਨਾਂ ਧੁਨੀਆਂ ਦੀ ਪਛਾਣ ਕੀਤੀ ਜਾਂਦੀ ਵੀ ਜਿਹੜੀ ਧੁਨੀ ਹੈਗੀ, ਜਿਹੜਾ ਆਪਾਂ ਧੁਨੀ ਬੋਲਣੀ ਉਹ ਕਿਸ ਤਰੀਕੇ ਦੀ ਹੈ, ਅਤੇ ਉਸ ਤੋਂ ਬਾਅਦ ਧੁਨੀਆਂ ਦਾ ਉਚਾਰਨ ਦਾ ਅਭਿਆਸ ਕਰਵਾਇਆ ਜਾਂਦਾ ਵੀ ਤੁਸੀਂ ਜਿਹੜਾ ਬੋਲਣਾ ਉਹ ਕਿਸ ਤਰੀਕੇ ਨਾਲ ਬੋਲਣਾ ਹੈਗਾ। ਜਿਵੇਂ ਕੈ ਬੋਲਣਾ ਤਾਂ ਕਿਵੇਂ ਬੋਲਣਾ ਹੈਗਾ, ਕੈ ਦਾ ਮਤਲਬ ਕੀ ਹੁੰਦਾ ਉਹ ਸਿਖਾਇਆ ਜਾਂਦਾ ਹੈ, ਨਾ ਕਿ ਰੱਟਾ ਲਵਾਇਆ ਜਾਂਦਾ ਹੈਗਾ। ਪਹਿਲਾਂ ਸਿੱਖਿਆ ਪ੍ਰਣਾਲੀ ਸੀ ਰੱਟੇ 'ਤੇ ਆਧਾਰਿਤ ਸੀ, ਹੁਣ ਵਾਲੀ ਰੱਟੇ 'ਤੇ ਨਹੀਂ, ਮਨੋਵਿਗਿਆਨਿਕ ਆਧਾਰ 'ਤੇ ਹੈ ਜੀ, ਸਮਝਣ 'ਤੇ ਆਧਾਰਿਤ ਹੈਗੀ ਜੀ। ਜਿਸ ਭਾਵ ਨਾਲ ਆਪਾਂ ਜਿਵੇਂ ਹੁਣ ਰੀਟ ਦੀ ਤਿਆਰੀ ਕਰ ਰਹੇ ਹਾਂ, RPSC ਫਸਟ ਗ੍ਰੇਡ ਸੈਕੰਡ ਗ੍ਰੇਡ ਦੀ ਤਿਆਰੀ ਕਰ ਰਹੇ ਹਾਂ, ਤਾਂ ਆਪਾਂ ਪਹਿਲਾਂ ਚੀਜ਼ ਨੂੰ ਸਮਝਦੇ ਹਾਂ, ਰੱਟਾ ਨਹੀਂ ਲਾਉਂਦੇਗੇ। ਉਸੇ ਤਰੀਕੇ ਨਾਲ ਬੱਚਿਆਂ ਦੀ ਜਿਹੜੀ ਸਿੱਖਿਆ ਹੈ ਉਹ ਵੀ ਰੱਟੇ 'ਤੇ ਆਧਾਰਿਤ ਨਹੀਂ ਹੈ। ਦੂਜਾ ਇਹਦਾ ਪੁਆਇੰਟ ਹੈਗਾ ਜੀ, ਸ਼ਬਦਾਂ ਦਾ ਗਿਆਨ ਕਰਾਉਣ ਦੇ ਲਈ ਕਈ ਚੀਜ਼ਾਂ ਦੀ ਸਹਾਇਤਾ ਲਿੱਤੀ ਜਾਂਦੀ ਹੈ। ਜਿਵੇਂ ਕਿ ਪਹਿਲੀ ਚੀਜ਼ ਦਾ ਨਾਂ ਜੇ ਗੱਲ ਕੀਤੀ ਯਾਨੀ ਬੱਚੇ ਨੂੰ ਸਿਖਾਉਣ ਦੇ ਵਿੱਚ ਕਈ ਚੀਜ਼ਾਂ ਦੀ ਸਹਾਇਤਾ ਲਈ ਜਾਂਦੀ ਹੈਗੀ, ਜਿਹਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਨੇ। ਜਿਵੇਂ ਪਹਿਲਾ ਨਾਮ ਆ ਜਾਂਦਾ ਹੈਗਾ ਲੈਣਾ, ਫਿਰ ਉਸ ਨੂੰ ਪਛਾਣਨਾ, ਪਹਿਲਾਂ ਲੈਣਾ ਮਾਰਨੀਆਂ, ਫਿਰ ਉਸ ਨੂੰ ਪਛਾਣਨਾ ਲਈ ਕਹਿਣਾ, ਪਹਿਲਾਂ ਲੈਣਾ ਮਾਰ ਦੇਣਗੇ ਫਿਰ ਉਹਨੂੰ ਪਛਾਣਨ ਲਈ ਕਹਿਣਾ, ਅਤੇ ਮਗਰੋਂ ਉਸ ਸੰਬੰਧੀ ਕੀਤੇ ਹੋਏ ਪ੍ਰਸ਼ਨਾਂ ਦੇ ਉੱਤਰ ਦੇਣਾ। ਪਹਿਲਾਂ ਉਹਨੂੰ ਆਖਣਗੇ ਵੀ ਲੈਣਾ ਮਾਰੋ, ਫਿਰ ਉਸ ਜਿਹੜੀ ਚੀਜ਼ ਬਣਾਈ ਹੈਗੀ ਉਹਨੂੰ ਪੁੱਛਣਗੇ ਵੀ ਆਹ ਕੀ ਚੀਜ਼ ਹੈ, ਅਤੇ ਉਹਨਾਂ ਬਾਅਦ ਪ੍ਰਸ਼ਨ ਉੱਤਰ ਕੀਤਾ ਜਾਂਦਾ ਵੀ ਇਸ ਦਾ ਕੰਮ ਕੀ ਹੈ, ਕਿਸ ਤਰੀਕੇ ਦਾ, ਕੀ ਤੁਸੀਂ ਲਿਖਿਆ ਹੈਗਾ, ਕੀ ਇਹਦਾ ਮਤਲਬ ਬਣਦਾ, ਉਹ ਚੀਜ਼ਾਂ ਦੱਸੀਆਂ ਜਾਂਦੀਆਂ ਨੇ। ਜੇਕਰ ਗੱਲ ਕੀਤੀ ਜਾਂਦੀ ਹੈ ਵੀ
ਲਿਖਣਾ ਸਿਖਾਉਣ ਦੇ ਲਈ ਲੱਕੜੀ ਦੇ ਟੁਕੜੇ ਹੁੰਦੇ ਹਨ, ਲੱਕੜ ਦੇ ਟੁਕੜੇ ਹੁੰਦੇ, ਉਹ ਟੁਕੜਿਆਂ 'ਤੇ ਕਾਗਜ਼ ਚਿਪਕਾ ਦਿੱਤਾ ਜਾਂਦਾ ਅਤੇ ਉੱਪਰ ਚਾਕਾਂ ਦੇ ਨਾਲ ਰੇਖਾਵਾਂ ਮਾਰੀਆਂ ਜਾਂਦੀਆਂ ਹੈਗੀਆਂ ਅਤੇ ਫਿਰ ਉਹਨਾਂ ਦੇ ਉੱਪਰ ਵੀ ਚਾਕ ਫੇਰਨ ਦਾ ਅਭਿਆਸ ਕਰਵਾਇਆ ਜਾਂਦਾ ਵੀ ਇੱਕ ਲੱਕੜ ਦੇ ਟੁਕੜਿਆਂ 'ਤੇ ਪਤਾ ਕੀ ਹੈ, ਕਾਗਜ਼ ਚਿਪਕਾ ਦਿੱਤਾ ਜਾਂਦਾ, ਫਿਰ ਹੱਥ 'ਤੇ ਚਾਕ ਫੜਾਇਆ ਜਾਂਦਾ ਅਤੇ ਰੇਖਾਵਾਂ ਖਿੱਚ ਦਿੱਤੀਆਂ ਜਾਂਦੀਆਂ ਅਤੇ ਉਹਨਾਂ ਦੇ ਉੱਤੇ ਘੋਟਣ ਦੇ ਲਈ ਕਹਿੰਦੇ ਆ ਨਾ, ਉੱਤੇ ਚਲਾਉਣ ਦਾ ਅਭਿਆਸ ਕਰਵਾਇਆ ਜਾਂਦਾ ਅਤੇ ਉਹ ਅਭਿਆਸ ਕਰਵਾਉਣਾ ਸਿਖਾਇਆ ਜਾਂਦਾ। ਤਾਂ ਇਹ 3 ਵਿਧੀਆਂ ਇਹਨਾਂ ਦਾ ਕੰਮ ਹੁੰਦਾ ਹੈਗਾ ਇਸ ਤਰੀਕੇ ਨਾਲ ਜੀ। ਅਤੇ ਜੇ ਗੱਲ ਕੀਤੀ ਜਾਵੇ ਵੀ ਮਾਂਟੇਸਰੀ ਜਿਹੜੀ ਵਿਧੀ ਹੈ ਉਸਦੀ ਮਾਂਟੇਸਰੀ ਵਿਧੀ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਮਾਂਟੇਸਰੀ ਵਿਧੀ ਸਿੱਖਿਆ ਦੇ ਖੇਤਰ ਦੇ ਵਿੱਚ ਇੱਕ ਨਵਾਂ ਪਰਿਵਰਤਨ ਲਿਆਂਦਾ ਹੈ ਅਤੇ ਭਾਸ਼ਾ ਸਿੱਖਿਆ ਦੇ ਸੰਬੰਧ ਦੇ ਵਿੱਚ ਮਾਂਟੇਸਰੀ ਦੇ ਵਿਚਾਰ ਦੇ ਵਿੱਚ ਲਿਖਣਾ ਪੜ੍ਹਨ ਦੇ ਮੁਕਾਬਲੇ ਵਧੇਰੇ ਸੌਖਾ ਕੰਮ ਹੈ ਅਤੇ ਇਸ ਵਿਧੀ ਦੇ ਵਿੱਚ ਲਿਖਣਾ ਸਿਖਾਉਣ ਲਈ ਵੀ ਮੁੱਖ ਕਿਰਿਆਵਾਂ ਦਾ ਹੋਣਾ ਜ਼ਰੂਰੀ ਹੈ। ਵੀ ਜਿਹੜਾ ਹੈਗਾ ਮੋਂਟੇਸਰੀ ਵਿਧੀ ਹੈ ਉਹ ਹਰੇਕ ਖੇਤਰ ਦੇ ਵਿੱਚ ਨਵਾਂ ਪਰਿਵਰਤਨ ਲਿਆਉਂਦਾ ਹੈਗਾ। ਵੀ ਆਪਣਾ ਜਿਹੜਾ ਪਰਿਵਰਤਨ ਹੈ ਉਹ ਨਵਾਂ ਪਰਿਵਰਤਨ ਲਿਆਉਂਦਾ ਅਤੇ ਭਾਸ਼ਾ ਸੰਬੰਧੀ ਜਿੰਨੇ ਵੀ ਮੋਂਟੇਸਰੀ ਵਿਚਾਰ ਹੈ ਉਹ ਪਹਿਲਾਂ ਲਿਖਾਂਗੇ ਫਿਰ ਪੜ੍ਹਾਂਗੇ ਮੁਕਾਬਲੇ ਵਿੱਚ ਵਧੇਰਾ ਸੌਖਾ ਕੰਮ ਹੈ। ਪਹਿਲਾਂ ਲਿਖਣਾ ਸੌਖਾ ਕੰਮ ਹੈ, ਜੇ ਆਪਾਂ ਡਾਇਰੈਕਟ ਬੱਚੇ ਨੂੰ ਕਹਿ ਦਾਂਗੇ ਪੜ੍ਹ ਤਾਂ ਬੱਚਾ ਕਿਵੇਂ ਪੜ੍ਹ ਲਊਗਾ ਜਦੋਂ ਉਹਨੂੰ ਪਤਾ ਹੀ ਨਹੀਂ ਹੈ ਵੀ ਆਹ ਜਿਹੜਾ ਚਿੰਨ੍ਹ ਬਣੇ ਹੋਏ ਆ ਉਹ ਕਿਸ ਤਰੀਕੇ ਦੇ, ਜੇ ਉਹਨੂੰ ਲਿਖੇ ਹੋਣਗੇ ਤਾਂ ਉਸ ਚੀਜ਼ ਨੂੰ ਪਤਾ ਲੱਗ ਜੂਗਾ। ਤਾਂ ਇਸ ਵਿਧੀ ਦੇ ਵਿੱਚ 3 ਚੀਜ਼ਾਂ ਕੰਮ ਲਿੱਤੀਆਂ ਜਾਂਦੀਆਂ। ਜੇਕਰ ਗੱਲ ਕੀਤੀ ਜਾਵੇ ਜੀ ਕਲਮ ਫੜਨ ਦਾ ਠੀਕ ਅਭਿਆਸ ਕਰਾਇਆ ਜਾਂਦਾ ਹੈ, ਪਹਿਲਾਂ ਤਾਂ ਉਹਨੂੰ ਕਹਿੰਦੇ ਵੀ ਕਲਮ ਫੜ ਤੂੰ ਅਭਿਆਸ ਕਰਾਇਆ ਜਾਂਦਾ। ਉਸ ਤੋਂ ਬਾਅਦ ਬੱਚਿਆਂ ਨੂੰ ਅੱਖਰਾਂ ਦੀ ਬਣਾਵਟ ਅਤੇ ਸਰੂਪ ਸਮਝਾਇਆ ਜਾਂਦਾ ਹੈ ਕਿ ਕਲਮ ਫੜਨ ਤੋਂ ਬਾਅਦ ਉਹਨਾਂ ਨੂੰ ਅੱਖਰਾਂ ਦੇ ਬਣਾਵਟ ਕਿਸ ਤਰੀਕੇ ਦੇ ਨੇ, ਕੱਕਾ ਕਿਸ ਤਰੀਕੇ ਦਾ ਹੈ, ਐੜਾ ਕਿਸ ਤਰੀਕੇ ਦਾ ਹੈ, ਈੜੀ ਕਿਸ ਤਰੀਕੇ ਦੀ ਹੈ, ਉਹਨਾਂ ਦੇ ਬਾਰੇ ਦੱਸਿਆ ਜਾਂਦਾ ਹੈਗਾ ਜੀ। ਠੀਕ ਹੈ ਜੀ, ਖੱਕਾ ਕਿਸ ਤਰੀਕੇ ਦਾ, ਗੱਗਾ ਕਿਸ ਤਰੀਕੇ ਦਾ, ਉਹਨਾਂ ਦੇ ਬਾਰੇ ਉਹਨਾਂ ਦੇ ਸਰੂਪ ਨੂੰ ਸਮਝਾਇਆ ਜਾਂਦਾ, ਉਹਨਾਂ ਦੇ ਬਾਰੇ ਬੱਚਿਆਂ ਨੂੰ ਦੱਸਿਆ ਜਾਂਦਾ ਹੈਗਾ ਜੀ। ਫਿਰ ਹੈ ਜੀ ਅੱਖਰਾਂ ਦਾ ਧੁਨੀਆਤਮਕ ਵਿਸ਼ਲੇਸ਼ਣ ਕਰਵਾਇਆ ਜਾਂਦਾ ਹੈ ਵੀ ਜਿਹੜਾ ਜਿਵੇਂ ਕੱਕਾ ਛਾਪਤਾ ਗੱਗਾ ਛਾਪਤਾ ਧੁਨੀਆਂ ਦਾ ਇਹਨਾਂ ਦੇ ਵਿੱਚ ਅੰਤਰ ਕੀ ਹੈ, ਕਦੋਂ ਕਰਮ ਹੁੰਦਾ, ਉਹ ਚੀਜ਼ਾਂ ਸਮਝਾਈਆਂ ਜਾਂਦੀਆਂ ਅਤੇ ਇਸ ਨਾਲ ਕੀ ਸ਼ਬਦ ਬਣੂਗਾ ਉਹ ਧੁਨੀਆਂ ਦਾ ਵਿਸ਼ਲੇਸ਼ਣ ਕਰਵਾਇਆ ਜਾਂਦਾ ਹੈਗਾ 3 ਨੰਬਰ ਪੁਆਇੰਟ 'ਤੇ। ਤਾਂ ਇਹ 3 ਪੁਆਇੰਟ ਨੇ ਜੀ ਜਿਨ੍ਹਾਂ ਦੇ ਬਾਰੇ ਗੱਲ ਕੀਤੀ ਜਾਂਦੀ ਹੈਗੀ ਜੀ। 3 ਪੁਆਇੰਟਾਂ ਦੇ ਨਾਲ ਬੱਚੇ ਨੂੰ ਅਭਿਆਸ ਕਰਵਾਇਆ ਜਾਂਦਾ ਹੈ। ਜੇਕਰ ਗੱਲ ਪਹਿਲਾਂ ਕਲਮ ਫੜਨੀ, ਫਿਰ ਬੱਚਿਆਂ ਨੂੰ ਅੱਖਰਾਂ ਦੀ ਬਣਾਵਟ ਬਾਰੇ ਸਰੂਪ ਨੂੰ ਸਮਝਾਉਣਾ ਅਤੇ ਫਿਰ ਬੱਚਿਆਂ ਦੇ ਧੁਨੀਆਤਮਕ ਵਿਸ਼ਲੇਸ਼ਣ ਕਰਵਾਉਣਾ ਜੀ। ਜੇ ਤੁਹਾਨੂੰ ਪੁੱਛ ਲਏ ਵੀ ਕਿੰਨੇ ਤਰੀਕੇ ਨਾਲ ਇਹ ਕਿਰਿਆ ਕੰਮ ਕਰਦੀ ਹੈ ਤਾਂ 3 ਤਰੀਕੇ ਨਾਲ ਕੰਮ ਕਰਦੀ ਹੈ ਜੀ। ਤਾਂ ਇਹ ਸੀ ਜੀ ਮੋਂਟੇਸਰੀ ਵਿਧੀ। ਠੀਕ ਹੈ ਜੀ, ਮੋਂਟੇਸਰੀ ਵਿਧੀ ਵਿੱਚ ਆਪਾਂ ਗੱਲ ਕੀਤੀ ਸੀ ਵੀ ਇਹ ਮੋਂਟੇਸਰੀ ਵਿਧੀ ਹੈ ਜਿਹੜੀ ਪੜ੍ਹਨੇ ਤੋਂ ਪਹਿਲਾਂ ਲਿਖਣਾ ਸਿਖਾਉਂਦੀ ਹੈ ਅਤੇ ਇਹ 3 ਤੋਂ 6 ਸਾਲ ਦੇ ਬੱਚਿਆਂ ਦੇ ਲਈ ਹੈ। ਇਹਦਾ ਪ੍ਰਵਰਤਕ ਹੈ ਜਿਹੜੀ ਮਾਰੀਆ ਮੋਂਟੇਸਰੀ ਹੈ, ਇਟਲੀ ਦੀ ਨਿਵਾਸੀ ਸੀ। ਇਹਦਾ ਸਿਧਾਂਤ ਹੈ ਜੀ ਲਿਖਣਾ। ਠੀਕ ਹੈ ਜੀ, ਸਿਧਾਂਤ ਲਿਖਣਾ ਪਰ ਅਤੇ ਇਹ ਕਿਸ ਸਿਧਾਂਤ ਮਤਲਬ ਕਿਸ ਪ੍ਰਵਰਤਕ ਸਿਧਾਂਤ ਦੇ ਉੱਤੇ ਕੰਮ ਕਰਦੀ ਹੈ ਤਾਂ ਰੂਸੋ ਦਾ ਪ੍ਰਕਿਰਤੀਵਾਦ ਦੇ ਉੱਤੇ ਕੰਮ ਕਰਦੀ ਨੇ ਜੀ। ਤਾਂ ਜੀ ਇਹ ਸੀ ਮਾਰੀਆ ਮੋਂਟੇਸਰੀ ਵਿਧੀ ਯਾਨੀ ਮੋਂਟੇਸਰੀ ਮੈਥਡ। ਅਤੇ ਹੁਣ ਆਪਾਂ ਗੱਲ ਕਰਾਂਗੇ ਜਿਹੜਾ ਨੈਕਸਟ ਹੈ ਕਿੰਡਰਗਾਰਟਨ ਵਿਧੀ। ਇਸ ਵੀਡੀਓ ਵਿੱਚ ਆਪਾਂ 2 ਵਿਧੀਆਂ ਬਾਰੇ ਗੱਲ ਕਰਾਂਗੇ, ਬਾਕੀ ਜਿਹੜੀਆਂ ਹੈ ਨੈਕਸਟ ਵਿੱਚ ਗੱਲ ਕਰਾਂਗੇ। ਤਾਂ ਆਪਾਂ ਦੇਖ ਲੈਂ ਵੀ ਕਿੰਡਰਗਾਰਟਨ ਵਿਧੀ ਕਿਸ ਤਰੀਕੇ ਦਾ ਜੀ। ਤਾਂ ਜੇਕਰ ਗੱਲ ਕੀਤੀ ਜਾਵੇ ਕਿੰਡਰਗਾਰਟਨ ਵਿਧੀ ਦੇ ਜਨਮਦਾਤਾ ਜਰਮਨ ਸਿੱਖਿਆ ਸ਼ਾਸਤਰੀ ਫਰੋਬੇਲ ਹੈ। ਪਹਿਲਾਂ ਆਪਾਂ ਆਪਣਾ ਪ੍ਰਵਰਤਕ ਕੌਣ, ਇਹਦੇ ਪ੍ਰਵਰਤਕ ਹੈ ਜੀ ਜਰਮਨ ਦੇ ਸੀਗੇ ਜੀ, ਫਰੋਬੇਲ ਜੀ ਸੀਗੇ, ਉਹ ਇਹਦੇ ਪ੍ਰਵਰਤਕ ਨੇ ਜੀ। ਅਤੇ ਉਹਨਾਂ ਨੇ ਕੀ ਕਿਹਾ ਸੀ ਵੀ ਇਹ ਜਿਹੜੀ ਕਿੰਡਰਗਾਰਟਨ ਵਿਧੀ ਉਹਨਾਂ ਨੇ ਬੱਚਿਆਂ ਨੂੰ ਇੱਕ ਜਿਹੜਾ ਸਕੂਲ ਦਾ ਵਾਤਾਵਰਨ ਉਹਨਾਂ ਨੇ ਬਾਗ ਦੀ ਤਰੀਕੇ ਨਾਲ ਮੰਨਿਆ ਸੀ ਅਤੇ ਜਿਹੜੇ ਬੱਚੇ ਉਹ ਬਾਗ ਦੇ ਫੁੱਲ ਨੇ ਅਤੇ ਜਿਹੜਾ ਅਧਿਆਪਕ ਹੈ ਉਹ ਫੁੱਲਾਂ ਦੀ ਅਤੇ ਉਹ ਪੌਦਿਆਂ ਦੀ ਦੇਖਭਾਲ ਕਰਨ ਵਾਲਾ ਇੱਕ ਮਾਲੀ ਹੈ। ਤਾਂ ਜੇਕਰ ਤੁਹਾਡੇ ਤੋਂ ਪੁੱਛਿਆ ਜਾਏ ਜੀ ਬਾਗ ਦੀ ਸੰਗ੍ਹਾ ਕਿਸ ਨੇ ਦਿੱਤੀ ਸੀ, ਯਾਨੀ ਬਾਗ ਦੇ ਬਾਰੇ ਕਿਸ ਨੇ ਦੱਸਿਆ ਸੀ, ਤਾਂ ਫਰੋਬੇਲ ਨੇ ਦੱਸਿਆ ਸੀ, ਬੱਚਿਆਂ ਨੂੰ ਦੱਸਿਆ ਸੀ। ਇਸ ਚੀਜ਼ ਦਾ ਧਿਆਨ ਰੱਖਿਓ। ਜਰਮਨ ਭਾਸ਼ਾ ਦੇ ਕਿੰਡਰਗਾਰਟਨ ਸ਼ਬਦਾਂ ਦਾ ਅਰਥ ਹੈ ਬੱਚਿਆਂ ਦਾ ਬਾਗ, ਯਾਨੀ ਜਿਹੜਾ ਫਰੋਬੇਲ ਨੇ ਹੈ ਉਹਨੇ ਬੱਚਿਆਂ ਨੂੰ ਬਾਗ ਦੇ ਨਾਲ ਸੰਬੋਧਿਤ ਕੀਤਾ ਹੈ, ਬੱਚਿਆਂ ਨੂੰ ਬਾਗ ਦੇ ਨਾਲ ਜੋੜਿਆ। ਤਾਂ ਇਹ ਜਰਮਨ ਭਾਸ਼ਾ ਦੇ ਵਿੱਚ ਕਿੰਡਰਗਾਰਟਨ ਦਾ ਮਤਲਬ ਹੁੰਦਾ ਜੀ ਬੱਚਿਆਂ ਦਾ ਬਾਗ। ਅਤੇ ਫਰੋਬੇਲ ਦੇ ਅਨੁਸਾਰ ਸਕੂਲ ਇੱਕ ਬਾਗ ਹੈ ਅਤੇ ਜਿਸ ਦੇ ਵਿੱਚ ਬੱਚੇ ਵੱਧ ਰਹੇ ਫੁੱਲਾਂ ਅਤੇ ਪੌਦਿਆਂ ਵਾਂਗ ਹਨ ਅਤੇ ਅਧਿਆਪਕ ਉਹ ਇੱਕ ਮਾਲੀ ਹੈ। ਵੀ ਜਿਹੜੇ ਬੱਚੇ ਆ ਇੱਕ ਫੁੱਲ ਅਤੇ ਪੌਦਿਆਂ ਵਾਂਗ ਵੱਧ ਰਹੇ ਹਨ ਅਤੇ ਅਧਿਆਪਕ ਇੱਕ ਮਾਲੀ ਹੈ ਜੋ ਉਸ ਦੀ ਦੇਖਭਾਲ ਕਰਦਾ ਹੈ, ਜੋ ਉਸ ਬੱਚਿਆਂ ਨੂੰ ਬੱਚੇ ਰੂਪੀ ਫੁੱਲਾਂ ਦੀ ਹਰ ਤਰ੍ਹਾਂ ਦੇ ਨਾਲ ਦੇਖਭਾਲ ਕਰਨੀ ਹੈ ਅਤੇ ਉਹਨਾਂ ਦੇ ਪ੍ਰਫੁੱਲਿਤ ਹੋਣ ਦੇ ਵਿੱਚ ਸਹੀ ਹੋਣਾ ਚਾਹੀਦਾ ਹਨ, ਮਤਲਬ ਸਹੀ ਹੋਣਾ ਚਾਹੀਦਾ ਪ੍ਰਫੁੱਲਿਤ। ਅਤੇ ਬੱਚੇ ਨੂੰ ਕੇਂਦਰ ਮੰਨਿਆ ਜਾਂਦਾ ਹੈ ਅਤੇ ਉਸ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਉਸ ਦੀ ਸਿੱਖਿਆ ਦਾ ਪ੍ਰਬੰਧ ਕੀਤਾ ਜਾਂਦਾ ਹੈ। ਬੱਚਾ ਜਿਹੜਾ ਮੁੱਖ ਕੇਂਦਰ ਹੈ ਅਤੇ ਜੇ ਉਸ ਦੀ ਜ਼ਰੂਰਤਾਂ ਦੇ ਅਕੋਰਡਿੰਗ ਹੀ ਉਹਨੂੰ ਚੀਜ਼ਾਂ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਹੈਗੀਆਂ ਅਤੇ ਬਾਲ ਕੇਂਦਰਿਤ ਸਿੱਖਿਆ ਦੇ ਉੱਤੇ ਆਧਾਰਿਤ ਹੁੰਦੀ ਹੈ। ਇਹ ਇੱਕ ਬਾਗ ਦੀ ਤਰੀਕੇ ਨਾਲ ਕੰਮ ਕਰਦਾ ਹੈ ਜੀ।
ਤੇ ਜੇ ਗੱਲ ਕੀਤੀ ਜਾਵੇ ਵੀ ਇਹਨਾਂ ਯੋਜਨਾਵਾਂ ਨੂੰ ਤਿਆਰ ਕੀਤੀ ਜਾਂਦੀਆਂ ਹਨ ਤੇ ਜੋ ਕਿ ਕਿੰਡਰਗਾਰਟਨ ਬੱਚਿਆਂ ਨੂੰ ਅਜਿਹਾ ਵਾਤਾਵਰਣ ਦਿੰਦਾ ਹੈ ਜਿਸ ਦੇ ਵਿੱਚ ਸੁਤੰਤਰਤਾ ਹੋਏ, ਖੇਡਣ ਕੁੱਦਣ ਦਾ ਪ੍ਰਬੰਧ ਹੋਏ ਜਾਂ ਬੱਚਾ ਖੁਸ਼ ਰਹਿ ਸਕੇ। ਵੀ ਇਹਦੇ ਵਿੱਚ ਉਹ ਚੀਜ਼ਾਂ ਦੀ ਸੁਤੰਤਰ ਸਭ ਤੋਂ ਵੱਡੀ ਗੱਲ ਹੈ ਜੀ, ਉਹਨੂੰ ਫਰੀडम ਦਿੱਤੀ ਜਾਂਦੀ ਹੈ, ਸੁਤੰਤਰਤਾ ਦਿੱਤੀ ਜਾਂਦੀ ਹੈ ਤੇ ਬੱਚਾ ਖੇਡਣ ਕੁੱਦਣ ਦਾ ਪੂਰਾ ਪ੍ਰਬੰਧ ਹੋਏ ਤੇ ਜਿਸ ਨਾਲ ਬੱਚਾ ਖੁਸ਼ ਰਹੇ। ਜੇਕਰ ਬੱਚਾ ਖੁਸ਼ ਰਹੂਗਾ ਤਾਂ ਬੱਚਾ ਜਲਦੀ ਸਿੱਖੂਗਾ, ਜ਼ਿਆਦਾ ਚੀਜ਼ਾਂ ਸਿੱਖੂਗਾ ਉਸ ਚੀਜ਼ ਦਾ। ਜੇਕਰ ਗੱਲ ਕੀਤੀ ਜਾਵੇ ਬੱਚਾ ਜਿਹੜਾ ਹੈਗਾ 2 ਤੋਂ 4 ਸਾਲ ਦੇ ਵਿੱਚ ਬੱਚਾ ਸਭ ਤੋਂ ਜ਼ਿਆਦਾ ਸਪੀਡ ਨਾਲ ਸਿੱਖਦਾ ਹੈਗਾ ਕੋਈ ਵੀ ਹੈ। ਤਾਂ ਇਹ ਇੱਕ ਬਾਗ ਦੇ ਤਰੀਕੇ ਨਾਲ ਕੰਮ ਕਰਦਾ ਹੈ। ਫਰੋਬਲ ਦੇ ਅਕੋਰਡਿੰਗ ਆਹ ਸੀਗਾ ਜੀ, ਫਰੋਬਲ ਜਰਮਨ ਦੇ ਸੀ। ਜੇਕਰ ਗੱਲ ਕੀਤੀ ਜਾਵੇ ਵੀ ਕਿੰਡਰਗਾਰਟਨ ਦਾ ਪ੍ਰੋਗਰਾਮ ਇੱਕ ਢੰਗ ਨਾਲ ਤਿਆਰ ਕੀਤਾ ਜਾਂਦਾ ਹੈ, ਕਿੰਡਰਗਾਰਟਨ ਦਾ ਪ੍ਰੋਗਰਾਮ ਇੱਕ ਢੰਗ ਨਾਲ ਤਿਆਰ ਕੀਤਾ ਜਾਂਦਾ ਹੈ ਤੇ ਉਹ ਬੱਚੇ ਦੀ ਕਿਰਿਆ ਰਾਹੀਂ ਆਪਣੇ ਆਪ ਨੂੰ ਪ੍ਰਗਟਾਉਣ ਦੇ ਅਵਸਰ ਪ੍ਰਾਪਤ ਹੁੰਦੇ ਹਨ। ਯਾਨੀ ਇੱਕ ਪ੍ਰੋਗਰਾਮ ਤਿਆਰ ਕੀਤਾ ਜਾਂਦਾ ਹੈ, ਉਹਦਾ ਜਿਹੜਾ ਮੈਥਡ ਹੁੰਦਾ ਟੋਟਲੀ ਬੱਚੇ 'ਤੇ ਡਿਪੈਂਡ ਹੁੰਦਾ ਹੈ ਤੇ ਬੱਚੇ ਦੀ ਜ਼ਰੂਰਤਾਂ ਦੇ ਅਨੁਸਾਰ ਹੀ ਤਿਆਰ ਰੱਖ ਕੇ ਉਹਦੀ ਕਿਰਿਆਵਾਂ ਨੂੰ ਪ੍ਰਗਟਾਇਆ ਤੇ ਅਵਸਰ ਪ੍ਰਦਾਨ ਕੀਤੇ ਜਾਂਦੇ ਵੀ ਬੱਚਿਆਂ ਨੂੰ ਆਪਾਂ ਇਸ ਤਰੀਕੇ ਨਾਲ ਸਿੱਖਿਆ ਪ੍ਰਣਾਲੀ ਦੇਣੀ ਹੈਗੀ। ਉਸ ਤੋਂ ਬਾਅਦ ਗੱਲ ਕੀਤੀ ਉਸ ਦਾ ਸਾਰਾ ਸਮਾਂ ਗੀਤ ਗਾਉਣ ਤੇ ਕਈ ਪ੍ਰਕਾਰ ਦੀਆਂ ਖੇਡਾਂ ਖੇਡਣ ਦੇ ਲਈ ਨਵੀਂ ਉਸਾਰੀ ਦੀ ਕਰਨ ਦੇ ਵਿੱਚ ਵੀ ਬਤੀਤ ਹੁੰਦਾ ਹੈ। ਇਹਦੇ ਵਿੱਚ ਕੀ ਭਾਲਿਆ ਜਾਂਦਾ ਵੀ ਬੱਚਿਆਂ ਨੂੰ ਗੀਤ ਗਾ ਕੇ ਸਿਖਾਉਣਾ ਜਾਂ ਇਸ ਤਰੀਕੇ ਨਾਲ ਸਿਖਾਉਣਾ ਵੀ ਬੱਚੇ ਖੇਡ ਦੇ ਵਿੱਚ ਨਵੀਂ ਚੀਜ਼ ਸਿੱਖ ਜਾਣ। ਤਾਂ ਇਹ ਚੀਜ਼ਾਂ ਸਾਰੀਆਂ ਸੰਮਿਲਿਤ ਹੁੰਦੀਆਂ ਨੇ। ਜਿਵੇਂ ਬੱਚਿਆਂ ਨੂੰ ਪਹਾੜੇ ਸਿਖਾਉਣੇ ਉਹ ਵੀ ਗੀਤਾਂ ਦੇ ਰਾਹੀਂ ਸਿਖਾਉਣੇ, ਬੱਚਿਆਂ ਨੂੰ ਅੱਖਰਾਂ ਦਾ ਗਿਆਨ ਕਰਨਾ ਉਹ ਵੀ ਗੀਤਾਂ ਦੇ ਰਾਹੀਂ ਕਰਨਾ, ਕਵਿਤਾਵਾਂ ਸੁਣਾ ਕੇ ਕਰਾਉਣਾ। ਤੇ ਜੇਕਰ ਗੱਲ ਕੀਤੀ ਜਾਵੇ ਆਪਣੇ ਜਿਵੇਂ ਬਜ਼ੁਰਗ ਹੁੰਦੇ ਸੀ ਉਹ ਆਪਾਂ ਨੂੰ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਤੇ ਉਹ ਅੱਜ ਵੀ ਆਪਾਂ ਨੂੰ ਯਾਦ ਨੇ ਤੇ ਉਹ ਚੀਜ਼ਾਂ ਆਪਾਂ ਛੇਤੀ ਸਿੱਖ ਜਾਂਦੇ ਸੀ। ਬੱਚੇ ਆਪਾਂ ਜਦੋਂ ਬਜ਼ੁਰਗ ਆਪਾਂ ਨੂੰ ਕਹਾਣੀਆਂ ਸੁਣਾਉਂਦੇ ਸੀ ਤਾਂ ਆਪਾਂ ਨੂੰ ਜ਼ਿਆਦਾ ਯਾਦ ਹੋ ਜਾਂਦੀਆਂ ਸੀ, ਚੀਜ਼ਾਂ ਜ਼ਿਆਦਾ ਸਮਝ ਜਾਂਦੇ ਸੀ। ਜੇਕਰ ਉਹੀ ਚੀਜ਼ਾਂ ਆਪਾਂ ਨੂੰ ਕਿਤਾਬ ਰਾਹੀਂ ਰੱਟਣ ਨੂੰ ਕਵੇ ਤਾਂ ਔਖਾ ਹੋ ਜਾਊਗਾ। ਜਿਵੇਂ ਆਪਾਂ ਪਿਕਚਰ ਦੇਖਦੇ ਹਾਂ ਤਾਂ ਪਿਕਚਰ ਦੇ ਵਿੱਚ ਆਪਾਂ ਖੁੱਲ੍ਹੇ ਮਾਈਂਡ ਹੋ ਕੇ ਦੇਖਦੇ ਹਾਂ ਅਤੇ ਉਹ ਪਿਕਚਰ ਦਾ ਇੱਕ ਸੀਨ ਯਾਦ ਹੋ ਜਾਂਦਾ। ਉਹਦਾ ਕਾਰਨ ਹੁੰਦਾ ਵੀ ਆਪਾਂ ਨੂੰ ਫਰੀडम ਦਿੱਤੀ ਜਾਂਦੀ ਹੈ ਅਤੇ ਉਹੀ ਉਸੇ ਤਰੀਕੇ ਨਾਲ ਬੱਚਿਆਂ ਨੂੰ ਵੀ ਫਰੀडम ਦਿੱਤੀ ਜਾਂਦੀ ਹੈ ਅਤੇ ਇੱਕ ਨਵੀਆਂ ਕੌਸ਼ਲਾਂ ਦਾ ਵਿਕਾਸ ਕੀਤਾ ਜਾਂਦਾ ਵੀ ਬੱਚਿਆਂ ਨੂੰ ਗੀਤ ਗਾ ਕੇ ਸਿਖਾਉਣਾ ਅਤੇ ਕਈ ਪ੍ਰਕਾਰ ਦੀਆਂ ਖੇਡਾਂ ਖਿਡਾਈ ਰਾਹੀਂ ਬੱਚੇ ਨੂੰ ਸਿਖਾਉਣ ਦੀ ਉਸਾਰੀ ਕੀਤੀ ਜਾਂਦੀ ਹੈ। ਉਦਾਹਰਨ ਵਜੋਂ ਉਸ ਨੂੰ ਇੱਕ ਨਵੀਂ ਕਹਾਣੀ ਸੁਣਾਈ ਜਾਂਦੀ ਹੈ ਅਤੇ ਉਹੀ ਗੱਲ ਹੋ ਗਈ ਵੀ ਕਹਾਣੀ ਅਤੇ ਗੀਤ ਗਾਉਣ ਦੀ ਹੋਈ ਸੁਣਾਈ ਜਾਂਦੀ ਹੈ ਵੀ ਗੀਤ ਗਾ ਕੇ ਵੀ ਸੁਣਾਉਣਾ। ਅਤੇ ਉਸ ਨੂੰ ਜਿਵੇਂ ਆਈ ਸੀਗੀ ਝਾਂਸੀ ਦੀ ਰਾਣੀ ਦੀ ਵੀ ਪਹਿਲਾਂ ਆਈ ਸੀ ਜੀ, ਆਪਾਂ ਨੂੰ ਪਤਾ ਵੈਸੇ ਆਪਾਂ ਨੂੰ ਕਹਿੰਦੀ ਝਾਂਸੀ ਦੀ ਰਾਣੀ ਦੇ ਬਾਰੇ ਪਤਾ ਕਰੋ ਤਾਂ ਜੀ ਥੋੜ੍ਹਾ ਔਖਾ ਹੋ ਜਾਊਗਾ। ਅਤੇ ਜਿੱਦਾਂ ਗੱਲ ਸੀ ਵੀ ਖੂਬ ਲੜੀ ਮਰਦਾਨੀ ਉਹ ਤਾਂ ਝਾਂਸੀ ਵਾਲੀ ਰਾਣੀ ਸੀਗੀ ਹੈ ਨਾ, ਤਾਂ ਉਹ ਅੱਜ ਵੀ ਆਪਾਂ ਨੂੰ ਯਾਦ ਹੈ। ਤਾਂ ਇਹ ਕੀ ਹੈ ਵੀ ਕਵਿਤਾ ਰਾਹੀਆਂ ਆਪਾਂ ਨੂੰ ਯਾਦ ਹੋ ਜਾਂਦੀਆਂ ਚੀਜ਼ਾਂ ਜੀ। ਜੇਕਰ ਗੱਲ ਕੀਤੀ ਜਾਵੇ ਉਹ ਉਸ ਨੂੰ ਗਾ ਕੇ ਪੜ੍ਹਦਾ ਹੈ ਅਤੇ ਉਸ ਨੂੰ ਵਿਚਲੇ ਕਾਰਜਾਂ ਨੂੰ ਅਭਿਨੈ ਰਾਹੀਂ ਪੇਸ਼ ਕਰਦਾ ਹੈ ਅਤੇ ਉਸ ਦੀਆਂ ਵੀ ਕਾਪੀ ਪੈਨਸਲਾਂ ਦੀ ਮਦਦ ਨਾਲ ਕਾਰਜ ਅਤੇ ਚਿੱਤਰਦਾ ਹੈ ਅਤੇ ਮਤਲਬ ਉਹਨਾਂ ਨੂੰ ਗਾਉਂਦਾ ਹੈ, ਫਿਰ ਉਹਨਾਂ ਨੂੰ ਕਾਪੀ ਪੈਨਸਲ ਰਾਹੀਂ ਉਹਨਾਂ ਦੀ ਮਦਦ ਨਾਲ ਚਿੱਤਰ ਬਣਾਉਂਦਾ ਅਤੇ ਇੱਥੋਂ ਤੱਕ ਕਿ ਹੱਥ ਅੱਖਾਂ ਅਤੇ ਬਾਕੀ ਸਰੀਰਕ ਅੰਗਾਂ ਦੇ ਨਾਲ ਦੀ ਵਰਤੋਂ ਵੀ ਕਰਦਾ ਹੋਇਆ ਉਸ ਨੂੰ ਆਪਣੀ ਸੋਚ ਦੀ ਕਲਪਨਾ ਰਾਹੀਂ ਡੁੱਬਦਾ ਰਹਿੰਦਾ ਹੈ। ਵੀ ਜਦੋਂ ਉਹ ਗਾਉਂਦਾ ਹੈ ਜਾਂ ਕਿਸੇ ਤਰੀਕੇ ਨਾਲ ਉਹਨਾਂ ਦੇ ਵਿੱਚ ਰੁੱਝ ਜਾਂਦਾ ਹੈ ਤਾਂ ਉਹ ਕੀ ਹੈ, ਉਹਦੀਆਂ ਜਿਹੜੀਆਂ ਸਾਰੀਆਂ ਇੰਦਰੀਆਂ ਹੈਗੀਆਂ ਜਾਗਰਿਤ ਰਹਿੰਦੀਆਂ ਅਤੇ ਉਹਨੂੰ ਚੀਜ਼ ਯਾਦ ਰਹਿੰਦੀ ਹੈ। ਜੋ ਉਹੀ ਗੱਲ ਫਿਲਮ ਵਾਲੀ ਹੈ, ਜਦੋਂ ਆਪਾਂ ਫਿਲਮ ਦੇਖਦੇ ਹਾਂ ਵੀ ਆਪਣੀ ਸਾਰੀ ਦੀ ਸਾਰੀ ਇੰਦਰੀਆਂ ਕੰਮ ਖੁੱਲ੍ਹੀਆਂ ਹੁੰਦੀਆਂ ਨੇ ਅਤੇ ਆਪਾਂ ਨੂੰ ਹਰੇਕ ਚੀਜ਼ ਯਾਦ ਹੋ ਜਾਂਦੀ ਹੈ। ਉਸੇ ਤਰੀਕੇ ਨਾਲ ਬੱਚੇ ਨੂੰ ਕੀ ਹੈ ਖੁੱਲ੍ਹਾ ਮਾਹੌਲ ਦਿੱਤਾ ਜਾਂਦਾ ਅਤੇ ਗਾ ਕੇ ਸਿਖਾਉਣ ਦੇ ਵਿੱਚ ਬੱਚਾ ਪੂਰਾ ਖੁਸ਼ ਹੋ ਕੇ ਗਾਉਂਦਾ ਅਤੇ ਉਹਨੂੰ ਹਰੇਕ ਚੀਜ਼ ਯਾਦ ਹੋ ਜਾਂਦੀ ਹੈ ਜੀ। ਇਹ ਸੀਗੀ ਜੀ ਕਿੰਡਰਗਾਰਟਨ ਵਿਧੀ ਦੀ ਰਾਹੀਂ ਸਿਖਾਇਆ ਜਾਂਦਾ, ਗੀਤਾਂ ਰਾਹੀਂ ਸਿਖਾਈ ਜਾਂਦਾ ਹੈ। ਅਤੇ ਅੱਗੇ ਦੇ ਵਿੱਚ ਐਵੇਂ ਲਿਖਿਆ ਜੀ ਗੀਤਾਂ ਰਾਹੀਂ ਪੜ੍ਹਾਈ। ਗੀਤਾਂ ਰਾਹੀਂ ਸੰਗ੍ਰਹਿ ਦੇ ਵਿੱਚ ਮਾਂ ਅਤੇ ਨਰਸਰੀ ਗੀਤ ਦੀ ਵੀ ਉਸ ਦੇ ਵਿੱਚ ਪਾਠ ਪੁਸਤਕ ਅਤੇ ਇਸ ਗੀਤ ਦੇ ਵਿੱਚ ਉਸ ਦੀਆਂ ਵੀ ਸਰੀਰਕ ਅਤੇ ਮਾਨਸਿਕ ਭੌਤਿਕ ਲੋੜਾਂ ਨੂੰ ਪੂਰਾ ਕੀਤਾ ਜਾਂਦਾ ਹੈਗਾ। ਵੀ ਗੀਤਾਂ ਰਾਹੀਂ ਉਹਦੀ ਮਾਨਸਿਕ ਕੀ ਹੈ, ਭੌਤਿਕ ਲੋੜਾਂ ਕੀ ਹੈ, ਉਹਨਾਂ ਨੂੰ ਪੂਰਾ ਕੀਤਾ ਜਾਂਦਾ ਅਤੇ ਹਰੀ ਗੀਤ ਦੇ ਵਿੱਚ ਭਾਗ ਹੁੰਦੇ ਨੇ ਜਿਹਦੇ ਵਿੱਚ ਅਧਿਆਪਕ ਦੀ ਅਗਵਾਈ ਵਾਸਤੇ ਮਾਟੋ ਸੰਗੀਤ ਭਰੀ ਤੁਕਬੰਦੀ ਅਤੇ ਗੀਤ ਨੂੰ ਚਿੱਤਰਦੀ ਹੋਈ ਤਸਵੀਰ ਵੀ ਸਭ ਤੋਂ ਪਹਿਲਾਂ ਅਧਿਆਪਕ ਅਗਵਾਈ ਕਰਦਾ ਹੈ। ਸੰਗੀਤ ਭਰੀ ਤੁਕਬੰਦੀ ਵੀ ਹੋਣੀ ਚਾਹੀਦੀ। ਐਵੇਂ ਨਹੀਂ ਵੀ ਤੁਕ ਨਾ ਜੁੜੇ ਅਤੇ ਫਿਰ ਉਸ ਨੂੰ ਬੱਚੇ ਵੀ ਬੋਰਿੰਗ ਮਹਿਸੂਸ ਕਰਨ ਲੱਗ ਜਾਂਦੇ ਹੈਗੇ। ਅਤੇ ਫਿਰ ਜਿਹੜੀ ਚਿੱਤਰਦੀ ਹੋਈ ਤਸਵੀਰਾਂ ਵੀ ਹੋਣੀਆਂ ਚਾਹੀਦੀਆਂ ਅਤੇ ਉਹ ਕਲਪਨਾ ਰਾਹੀਂ ਉਹਦੇ ਵਿੱਚ ਡੁੱਬਣਾ ਵੀ ਚਾਹੀਦਾ। ਇਸ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਹੈ ਅਤੇ ਇਸੇ ਤਰ੍ਹਾਂ ਦੇ ਨਾਲ ਬੜਾ ਸੁਖਾਵਾਂ ਤਾਂ ਵਾਤਾਵਰਨ ਬਣਿਆ ਹੁੰਦਾ ਹੈ ਅਤੇ ਉਹ ਬੱਚਿਆਂ ਦੇ ਸਵੈ ਪ੍ਰਗਟਾਵੇ ਦੇ ਅਵਸਰ ਮਿਲਦੇ ਹਨ। ਅਤੇ ਕਿਸੇ ਕਿਤਾਬ ਨੂੰ, ਕਿਸੇ ਪਾਠ ਦੇ ਕਿਸੇ ਗਿਆਨ ਨੂੰ ਰੱਟਾ ਨਾਲ ਲਾ ਕੇ ਉਸ ਦੀਆਂ ਮਜਬੂਰੀ ਨਹੀਂ, ਕੇਵਲ ਉਸ ਦੇ ਗੀਤ ਗਾਉਣ ਦੇ ਆਨੰਦ ਲੈਣਾ ਹੈ। ਅਤੇ ਫਰੋਬਲ ਨੂੰ ਇਸ ਢੰਗ ਦੇ ਪ੍ਰੇਰਣਾ ਦੇ ਲਈ ਕੀਤੀ ਜਾ ਸਕਦੀ ਹੈ ਅਤੇ ਵੱਖ-ਵੱਖ ਪੱਧਰ 'ਤੇ ਬੱਚਿਆਂ ਦੇ ਵਾਸਤੇ ਪੰਜਾਬੀ ਦੇ ਨਿੱਕੇ ਗੀਤ ਰਚੇ ਜਾਂਦੇ ਹਨ ਜੀ। ਯਾਨੀ ਬੱਚਿਆਂ ਨੂੰ ਯਾਦ ਕਰਾਉਣ ਦੇ ਲਈ ਵੱਖ-ਵੱਖ ਪੱਧਰ 'ਤੇ ਨਿੱਕੇ ਗੀਤ ਰਚੇ ਜਾਂਦੇ ਜਿਸ ਦੇ ਵਿੱਚ ਬੱਚਾ ਪੜ੍ਹਨਾ ਸਿੱਖ ਜਾਂਦਾ ਅਤੇ ਉਹਦੇ ਵਿੱਚ ਰੱਟਾ ਨਾ ਲਾ ਕੇ ਉਹਨੂੰ ਉਸ ਚੀਜ਼ ਨੂੰ ਸਮਝ ਕੇ ਯਾਦ ਕਰਨਾ ਜ਼ਿਆਦਾ ਸੌਖਾ ਮਹਿਸੂਸ ਕਰਦਾ ਹੈ, ਬੋਰੀਅਤ ਨਹੀਂ ਮਹਿਸੂਸ ਹੁੰਦੀ। ਇਹ ਚੀਜ਼ਾਂ ਉਹਦੇ ਵਿੱਚ ਸ਼ਾਮਲ ਹੁੰਦੀਆਂ ਨੇ। ਜੇਕਰ ਗੱਲ ਕੀਤੀ ਉਹਨਾਂ ਗੀਤਾਂ ਦੇ ਵਿੱਚ
ਉਹਨਾਂ ਗੀਤਾਂ ਦੇ ਵਿੱਚ ਬਾਲ ਕਿਰਿਆਵਾਂ ਦੇ ਨਾਲ ਸੰਬੰਧਿਤ ਕਿਰਿਆਵਾਂ ਹੁੰਦੀਆਂ ਤੇ ਬੱਚੇ ਦੇ ਗਾਉਣ ਦੇ ਭਾਸ਼ਾ ਪ੍ਰਗਟਾਉਣ ਦੇ ਮੁੱਢਲੀਆਂ ਲੋੜਾਂ ਦੇ ਪੂਰੀਆਂ ਕਰਨ ਦੇ ਵਿੱਚ ਵੀ ਚੀਜ਼ਾਂ ਦਾ ਬਹੁਤ ਮਹੱਤਵਪੂਰਨ ਹੈ। ਯਦੀ ਉਹਦੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਹੈਗੀਆਂ, ਸ਼ੁਰੂ ਦੀਆਂ ਲੋੜਵੰਦ ਚੀਜ਼ਾਂ ਹੈ, ਉਹਨਾਂ ਨੂੰ ਪੂਰਾ ਕਰਨ ਦੇ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਮੈਂ ਫਿਰ ਕਹਿੰਦਾ ਇਹਨਾਂ ਦੇ ਪ੍ਰਵਰਤਕ ਸੀ ਜਿਹੜੇ ਫਰੋਬੇਲ ਸੀਗੇ, ਜੇ ਕਿੰਡਰਗਾਰਟਨ ਵਿਧੀ ਦੇ ਪ੍ਰਵਰਤਕ ਹੁੰਦੇ। ਹਾਂ, ਇੱਕ ਚੀਜ਼ ਉੱਤੇ ਉਹ ਦੱਸਣਾ ਭੁੱਲ ਗਏ ਵੀ ਜਿਹੜੀ ਮਾਂਟੇਰੀਆ ਹੈਗੀ, ਗੱਲ ਯਾਦ ਹੈਗੀ, ਜਿਹੜੀ ਮਾਰੀਆ ਮੋਂਟੇਸਰੀ ਵਿਧੀ ਹੈਗੀ, ਮੈਥਡ ਹੈਗੀ, ਇਹਨੂੰ ਕੀ ਹੈ, ਸਹਿਚਾਰਿਆ ਵਿਧੀ ਵੀ ਕਹਿੰਦੇ ਆ। ਇਹਦਾ ਦੂਸਰਾ ਨਾਮ ਸਹਿਚਾਰਿਆ ਵਿਧੀ ਵੀ ਹੈ ਅਤੇ ਮੋਂਟੇਸਰੀ ਵਿਧੀ ਵੀ। ਇਸ ਚੀਜ਼ ਦਾ ਧਿਆਨ ਰੱਖਿਓ ਮਾੜਾ ਜਿਹਾ। ਅਤੇ ਕਿੰਡਰਗਾਰਟਨ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਹੁਣ ਇਸ ਦੇ ਬਾਰੇ ਪੜ੍ਹ ਲੈਂਦੇ ਵੀ ਕੀ ਹੈਗਾ। ਇਸ ਦੇ ਨਾਲ ਬੜਾ ਹੀ ਸੁਖਮਾ ਆ ਚੀਜ਼ ਆਪਾਂ ਪੜ੍ਹ ਚੁੱਕੇ ਨੇ। ਉਹਨੂੰ ਗੀਤਾਂ ਦੇ ਨਾਲ ਨਾਲ ਬੱਚਿਆਂ ਦੇ ਬਾਲ ਕਿਰਿਆਵਾਂ ਦੇ ਨਾਲ ਸੰਬੰਧਿਤ ਕੀਤਾ ਜਾਂਦਾ ਹੈ ਅਤੇ ਬੱਚੇ ਨੂੰ ਗੀਤ ਗਾਉਣ ਦੇ ਭਾਸ਼ਾ ਪ੍ਰਗਟਾਉਣ ਦੇ ਮੁੱਢਲੀਆਂ ਲੋੜਾਂ ਦੇ ਉੱਤੇ ਪੂਰਾ ਕਰ ਦਿਆ ਦਿੱਤਾ। ਇਸੇ ਤਰ੍ਹਾਂ ਬੱਚੇ ਦੇ ਸਾਰੀਆਂ ਹੀ ਸਿੱਖਿਆ ਦੇ ਵਿੱਚ ਯੋਜਨਾਵਾਂ, ਕਹਾਣੀਆਂ, ਗੀਤਾਂ ਅਤੇ ਖੇਡਣ ਦੇ ਦੁਆਲੇ ਦੁਆਲੇ ਘੁੰਮਦੀ ਹੈ। ਵੀ ਬੱਚੇ ਨੂੰ ਸਾਰੀ ਚੀਜ਼ਾਂ ਯੋਜਨਾ ਦੀ, ਕਹਾਣੀਆਂ ਅਤੇ ਗੀਤਾਂ ਦੇ ਖੇਡ ਦੇ ਆਲੇ ਦੁਆਲੇ ਹੀ ਘੁੰਮਦੀ ਰਹਿੰਦੀ ਹੈ ਅਤੇ ਇਸ ਤਰੀਕੇ ਨਾਲ ਬੱਚਾ ਛੇਤੀ ਸਿੱਖ ਜਾਂਦਾ ਹੈਗਾ। ਇਸ ਚੀਜ਼ਾਂ ਦੇ ਉੱਤੇ ਉਹ ਜ਼ਿਆਦਾ ਜਲਦੀ ਸਿੱਖ ਜਾਂਦਾ ਹੈਗਾ। ਜੇਕਰ ਗੱਲ ਕੀਤੀ ਹੈ ਅਧਿਆਪਕ ਦੀ ਕੀ ਭੂਮਿਕਾ, ਵੀ ਅਧਿਆਪਕ ਨੂੰ ਕੀ ਕਰਨਾ ਚਾਹੀਦਾ, ਤਾਂ ਉਹ ਵੀ ਦੇਖ ਲੈਂਦੇ ਵੀ ਅਧਿਆਪਕ ਨੂੰ ਕੀ ਕਰਨਾ ਚਾਹੀਦਾ। ਵੀ ਅਧਿਆਪਕ ਨੂੰ ਇਹ ਸਾਰੇ ਕੰਮ ਵਾਸਤੇ ਸਹਿਯੋਗ ਅਧਿਆਪਕ ਦੀ ਲੋੜ ਹੁੰਦੀ ਹੈ ਅਤੇ ਅਧਿਆਪਕ ਨੂੰ ਟ੍ਰੇਨਿੰਗ ਦੇ ਕੇ ਉਸ ਵਿਧੀ ਨੂੰ ਸਮਝਾਇਆ ਜਾਵੇ ਅਤੇ ਇਸ ਵਿਧੀ ਦੇ ਵਿੱਚ ਮੁਕੰਮਲ ਸਮਝਣ ਵਿੱਚ ਛੋਟੇ ਅਧਿਆਪਕ ਦੇ ਵੱਖ-ਵੱਖ ਉਮਰ ਦੇ ਬੱਚਿਆਂ ਦੀਆਂ ਰੁਚੀਆਂ ਅਤੇ ਵਰਤੀਆਂ ਅਤੇ ਕੁਦਰਤੀ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ, ਅਤੇ ਜੋ ਉਸ ਦੇ ਕਵਿਤਾਵਾਂ ਤੋਂ ਕਹਾਣੀਆਂ ਦੇ ਸਮੁੱਚੀ ਚੋਣ ਕਰ ਸਕਣ ਅਤੇ ਬੱਚਿਆਂ ਦੇ ਲਈ ਵੀ ਚੁਣੀਆਂ ਹੋਈਆਂ ਖੇਡਾਂ ਨੂੰ ਤਰਕੀਬ ਦੇ ਸਕਣ ਅਤੇ ਹਰੇਕ ਕਿਰਿਆ ਨੂੰ ਸ਼ੁਰੂ ਕਰਨ ਸਮੇਂ ਹੀ ਅਧਿਆਪਕ ਦੇ ਆਪ ਹੀ ਪ੍ਰਸ਼ਨੋਤਰੀ ਹੋਈ ਜਾਵੇ। ਵੀ ਇਹਦੇ ਵਿੱਚ ਇੱਕ ਤਾਂ ਹੈ ਵੀ ਅਧਿਆਪਕ ਨੂੰ ਜਿਹੜਾ ਹੈਗਾ ਮਿੱਤਰ ਦਾ ਪੂਰਨ ਭਾਵ ਰੱਖਣਾ ਚਾਹੀਦਾ। ਐਵੇਂ ਨਹੀਂ ਵੀ ਡੰਡਿਆਂ ਨਾਲ ਡਰਾ ਕੇ ਪੜ੍ਹਾਵੇ, ਨਹੀਂ, ਉਹ ਚੀਜ਼ ਦਾ ਵੀ ਧਿਆਨ ਰੱਖਿਆ ਜਾਵੇ। ਇਸ ਦੀ ਅਤੇ ਖੁਦ ਪ੍ਰਸ਼ਨਾਵਲੀ ਪ੍ਰਦਰਸ਼ਨੀ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਵੀ ਜਿਸ ਤਰੀਕੇ ਨਾਲ ਉਹ ਕਹਾਣੀਆਂ ਦੇ ਵਿੱਚ ਬੱਚਿਆਂ ਵਾਂਗੂ ਬੱਚੇ ਬਣ ਕੇ ਹੀ ਬੱਚਿਆਂ ਨੂੰ ਪੜ੍ਹਾਈ ਜਾਵੇ ਅਤੇ ਇਹਨਾਂ ਕਿਰਿਆਵਾਂ ਦੇ ਵਿੱਚ ਆਪ ਕਰਕੇ ਦੱਸੇਗਾ। ਪਹਿਲਾਂ ਆਪ ਕਰੂਗਾ, ਫਿਰ ਬੱਚਿਆਂ ਨੂੰ ਦੱਸੂਗਾ, ਫਿਰ ਬੱਚਿਆਂ ਦੀ ਅਗਵਾਈ ਕਰੇਗਾ ਅਤੇ ਉਹਨਾਂ ਕਿਰਿਆਵਾਂ ਨੂੰ ਨਿਰਦੋਈ ਸੇਧ ਦੇ ਵਿੱਚ ਦੇਵੇਗਾ ਅਤੇ ਨਿਰਦੇਸ਼ ਵੀ ਦੇਵੇਗਾ ਵੀ ਇਸ ਤਰੀਕੇ ਨਾਲ ਕਰਨ ਦੇ। ਉਸੇ ਬੱਚਿਆਂ ਦੇ ਭਾਸ਼ਾ ਪ੍ਰਗਟਾਵੇ ਦੇ ਧਿਆਨ ਨਾਲ ਸੁਣੇਗਾ। ਬਾਅਦ 'ਚ ਜਦੋਂ ਉਹ ਬੱਚੇ ਬੋਲਣਗੇ ਉਹਨਾਂ ਧਿਆਨ ਨਾਲ ਸੁਣੇਗਾ ਅਤੇ ਉਹਨਾਂ ਦੇ ਭੁੱਲਾਂ ਨੂੰ ਨੋਟ ਕਰੇਗਾ ਅਤੇ ਬਾਅਦ 'ਚ ਉਹਨਾਂ ਨੂੰ ਠੀਕ ਸਮੇਂ ਉਹਨਾਂ ਜਦੋਂ ਸਹੀ ਸਮੇਂ ਆ ਜਾਊਗਾ, ਯਾਨੀ ਜਦੋਂ ਕਰ ਰਹੇ ਉਦੋਂ ਟੋਕੂਗਾ ਨਹੀਂ, ਜਦੋਂ ਪੂਰਾ ਹੋ ਗਿਆ ਠੀਕ ਸਮੇਂ ਦੇਖ ਕੇ ਉਹਨਾਂ ਨੂੰ ਉਹਨਾਂ ਦੀ ਗਲਤੀਆਂ ਬਾਰੇ ਦੱਸਿਆ ਜਾਊਗਾ ਵੀ ਇਹ ਤੁਹਾਡੀਆਂ ਕਮੀਆਂ ਰਹਿ ਚੁੱਕੀਆਂ ਨੇ। ਤਾਂ ਜੀ ਇਹ ਸੀ ਜੀ ਮਾਰੀਆ ਮੋਂਟੇਸਰੀ ਵਿਧੀ ਅਤੇ ਕਿੰਡਰਗਾਰਟਨ ਵਿਧੀ। ਕਿੰਡਰਗਾਰਟਨ ਵਿਧੀ ਦੇ ਵਿੱਚ ਬੱਚਿਆਂ ਨੂੰ ਜਿਹੜਾ ਹੈਗਾ ਬਾਗ ਦੀ ਤਰੀਕੇ ਨਾਲ ਧਿਆਨ ਰੱਖਿਆ ਜਾਂਦਾ ਹੈਗਾ। ਉਹਨੂੰ ਅਧਿਆਪਕ ਜਿਹੜੀ ਅਗਵਾਈ ਕਰਦਾ ਹੈਗਾ, ਬੱਚਿਆਂ ਨੂੰ ਸਿਖਾਇਆ ਜਾਂਦਾ ਹੈਗਾ, ਸਾਰੀ ਚੀਜ਼ਾਂ ਕਰਦਾ ਹੈ। ਜਦਕਿ ਮਾਰੀਆ ਮੋਂਟੇਸਰੀ ਦੇ ਵਿੱਚ ਆਪਾਂ ਦੇਖਿਆ ਵੀ ਪਹਿਲਾਂ ਲਿਖਣਾ ਸਿਖਾਉਂਦਾ, ਫਿਰ ਪੜ੍ਹਨਾ ਸਿਖਾਉਂਦਾ ਹੈਗਾ, ਕੇਂਦਰੀਆਂ ਦੇ ਉੱਤੇ ਆਧਾਰਿਤ ਹੁੰਦੀ ਨੇ। ਤਾਂ ਇਹ ਸੀਗੀਆਂ ਜੀ ਪੰਜਾਬੀ ਅਧਿਆਪਨ ਦੀਆਂ 2 ਵਿਧੀਆਂ। ਬਾਕੀ ਦੀਆਂ ਵਿਧੀਆਂ ਆਪਾਂ ਨੈਕਸਟ ਵੀਡੀਓ ਵਿੱਚ ਗੱਲ ਕਰਾਂਗੇ। ਅਤੇ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ, ਲਾਈਕ ਕਰਕੇ ਜ਼ਰੂਰ ਦੱਸਿਓ। ਅਤੇ ਦੋਸਤੋ ਇਹਦੇ ਤੋਂ ਪਹਿਲਾਂ ਦਾ ਜਿਹੜਾ ਰੀਡ ਦਾ ਸਿਲੇਬਸ ਹੈ ਉਹ ਆਪਾਂ ਤਕਰੀਬਨ ਪੂਰਾ ਹੋ ਚੁੱਕਿਆ ਨੇ ਅਤੇ ਉਹ ਤੁਸੀਂ ਚੈਨਲ ਦੀ ਪਲੇਲਿਸਟ 'ਚ ਜਾ ਕੇ ਦੇ ਸਕਦੇ ਹੋ। ਜੇਕਰ ਤੁਹਾਨੂੰ ਇਸ ਦੇ ਨਾਲ ਜੁੜਿਆ ਹੋਏ ਨੋਟਸ ਚਾਹੀਦੇ ਨੇ ਜੀ ਰੀਡ ਦੇ, ਤਾਂ ਤੁਸੀਂ ਚੈਨਲ ਹੈ ਜੀ ਸਟਾਰ ਆਨਲਾਈਨ ਕਲਾਸਿਸ, ਟੈਲੀਗ੍ਰਾਮ 'ਤੇ ਤੁਸੀਂ ਸਰਚ ਕਰ ਸਕਦੇ ਹੋ ਅਤੇ ਉਸ ਦਾ ਜਿਹੜਾ ਲਿੰਕ ਹੈਗਾ ਉਹ ਇਸ ਵੀਡੀਓ ਦੇ ਅੰਤ ਦੇ ਵਿੱਚ ਦੇ ਦਿੰਦੇ ਹਾਂ ਜੀ ਤੁਹਾਨੂੰ, ਅਤੇ ਤੁਸੀਂ ਉੱਥੋਂ ਜਾ ਕੇ ਸਰਚ ਕਰ ਸਕਦੇ ਹੋ ਸਟਾਰ ਆਨਲਾਈਨ ਕਲਾਸਿਸ। ਟੈਲੀਗ੍ਰਾਮ ਤੋਂ ਤੁਸੀਂ ਸਰਚ ਕਰੋਗੇ ਤੁਹਾਨੂੰ ਉੱਥੇ PDF ਮਿਲ ਜਾਣਗੀਆਂ, ਯਾਨੀ ਤੁਹਾਨੂੰ ਸਾਰੇ ਸਿਲੇਬਸ ਦੀ PDF ਮਿਲ ਜੂਗੀ ਅਤੇ ਤੁਹਾਨੂੰ ਨੋਟਸ ਵੀ ਮਿਲ ਜਾਣਗੇ। ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਜੇ ਚੰਗੀ ਲੱਗੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਜੈ ਹਿੰਦ, ਜੈ ਭਾਰਤ।